ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ। ਰਾਮਦਾਸ ਅਰਜੁਨ ਗੁਰੂ ਵਰ ਸ੍ਰੀ ਹਰਿਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਥਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ। ਭੁਗਤ ਮੁਕਤ ਦੇ ਦਾਨ। ਹਿਰਦਾ ਸੁਧ ਦੇਖਨ ਕਰਿਓ। ਦਾਰਸ਼ ਕੋਹ ਸੁਜਾਨ। ਸ੍ਰੀ ਸਤਿਗੁਰ ਹਰਿ ਰਾਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਤੇ ਰਹਿਮਤ ਨਾਲ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਸੁਰਖੀ ਬਾਣੀ ਸੱਚ ਕੀ ਬਾਣੀ ਦਾ ਜਾਪ ਹੋਇਆ ਹੈ। ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦੇ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਹਮੇਸ਼ਾ ਹੀ ਜੋ ਇਤਿਹਾਸ ਲੜੀਵਾਰ ਵੀ ਚੱਲ ਰਿਹਾ ਹੈ, ਉਹਦੇ ਵਿੱਚੋਂ ਪ੍ਰਸੰਗ ਅੱਗੇ ਤੋਂ ਅੱਗੇ ਸਰਵਣ ਕਰ ਰਹੇ ਹਾਂ। ਕੁਝ ਦਿਨਾਂ ਤੋਂ ਸਤਵੇਂ ਪਾਤਸ਼ਾਹ ਸਤਿਗੁਰੂ ਹਰਿ ਰਾਏ ਸਾਹਿਬ ਜੀ ਦਾ ਇਤਿਹਾਸ ਵਿੱਚ ਪ੍ਰਸੰਗ ਚੱਲ ਰਿਹਾ ਹੈ। ਉਹ ਸੁਣ ਰਹੇ ਸੀ ਜਿਵੇਂ ਦਾਰਸ਼ਕੋ ਸ਼ਾਹਜਹਾਂ ਦਾ ਵੱਡਾ ਪੁੱਤਰ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੂੰ ਕੀਰਤਪੁਰ ਸਾਹਿਬ ਤੋਂ ਚੱਲਦਾ ਚਲਾਉਂਦਾ ਹੋਇਆ ਸੀ ਗੋਇੰਦਵਾਲ ਸਾਹਿਬ ਦੇ ਅਸਥਾਨ ਤੇ ਮਿਲਿਆ ਜੁੜਿਆ। ਜੋ ਬਚਨ ਵਿਲਾਸ ਹੋਏ ਉਹ ਕੱਲ ਦੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣਿਆ ਸੀ। ਇਸ ਨੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਅੱਗੇ ਦੱਸਿਆ ਸੀ ਕਿ ਮਹਾਰਾਜ ਕੋਈ ਪਿਛਲੇ ਚੰਗੇ ਕਰਮ ਸਨ ਜਿਸ ਦੇ ਸਦਕਾ ਮੈਨੂੰ ਮੀਆਂ ਮੀਰ ਪੀਰ ਦੀ ਸੰਗਤ ਹੋ ਗਈ। ਇਹਨੇ ਸ਼ੋ ਉਪਦੇਸ਼ ਦੇ ਕੇ ਮੈਨੂੰ ਚੰਗੇ ਪਾਸੇ ਲਾ ਦਿੱਤਾ। ਇਹ ਤੋਂ ਬਗੈਰ ਹੋਰ ਜਿਹੜੇ ਕੋਈ ਸਾਧੂ ਸੰਤ ਸਨ ਉਹਨਾਂ ਦੀ ਵੀ ਸੰਗਤ ਹੋਈ। ਉਹਨਾਂ ਨੇ ਮੈਨੂੰ ਜਿਹੜੀਆਂ ਉਪਨਿਸ਼ਦਾਂ ਹੈ,
ਇਹ ਪੜ੍ਹਨ ਵਿੱਚ ਪ੍ਰੇਰ ਦਿੱਤਾ, ਉਹ ਮੈਂ ਫਾਰਸੀ ਵਿੱਚ ਲਿਖਵਾ ਲਈਆਂ। ਉਹਨਾਂ ਦਾ ਨਿਤਨੇਮ ਕਰਦਾ, ਹਮੇਸ਼ਾ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ। ਇਸ ਤਰ੍ਹਾਂ ਮੇਰੀ ਇਸ ਪਾਸੇ ਦੀ ਪ੍ਰਵਿਰਤੀ ਦੇਖ ਕੇ ਜਿਹੜੇ ਮੁਸਲਮਾਨ ਮੁਲਾਣੇ ਹੈ, ਹੋਰ ਉਮਰ ਆਵ ਅਹਿਲਕਾਰ ਹੈ, ਉਹ ਬਹੁਤ ਮੇਰੀ ਬਦਨਾਮੀ ਕਰਨ ਲੱਗ ਪਏ ਵੀ ਇਹ ਤਾਂ ਕਾਫਰਾਂ ਦੇ ਵਿੱਚ ਜਾ ਵੜਿਆ, ਕਾਫਰ ਬਣ ਚੱਲਿਆ ਹੈ। ਇਸ ਤਰ੍ਹਾਂ ਪਿਓ ਨੂੰ ਵੀ ਕਿਹਾ, ਮੈਨੂੰ ਵੀ ਬਹੁਤ ਵਾਰੀ ਪ੍ਰੇਰਿਆ, ਪਰ ਮੇਰੇ ਮਨ ਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਮੈਂ ਜਾਣ ਲਿਆ ਵੀ ਇਹ ਅੰਧੇ ਅਗਿਆਨੀ ਹਨ, ਇਹਨਾਂ ਨੂੰ ਇਸ ਪਾਸੇ ਦਾ ਕੋਈ ਪਤਾ ਨਹੀਂ, ਸੂਝ ਬੂਝ ਨਹੀਂ ਹੈ। तो हुण आप जी के दर्शन दीदार करन लई आया महाराज। और जिस रूप दे ताई जिहड़ा वेद है बेअंत बेअंत करके कथन करदा है, वो ऐसे ब्रह्म स्वरूप दे विच जिहड़ा मेरे मन दी इस्ती मारा टकवा दिओ, मन टका दिओ। जिहड़ा ब्रह्म स्वरूप आत्मा है, पंजे ज्ञान इंद्रां तो भी परे रहे, जिसनों इसदे पंजे ज्ञान इंद्रे आसरे होके सारी हरकत करदे क्रिया करदे हन। इसे तरह जिहड़ा आत्मा है, जिन्ने तेज प्रताप वालियां वस्तुआं और चानन करन वालियां वस्तुआं, उन्हां नूं जो चानन देण वाला, रोशनी देण वाला है, वो जे सुते प्रकाश रूप ब्रह्म है, सारियां नूं सत्ता दे के सारा विच मिल भी रहा है। वो कृपा करके महाराज वो मेरे मन दे विच उस रूप नूं टिका दिओ, जिस करके जिहड़ी राग ते द्वेष है वो छो ना सके। ये संतां दे सहायता करन वाले सतगुरु आप ऐसी कृपा कर देइए। बेनती करके जिस वेड़े इसने सदगुरु अगे शीश झुका दिता है, सदगुरु हरराय साहब जी ने जो शो उपदेश दिता सी, कवि जी नूं, कवि संतोख सिंह जी ने उसनूं वेदांत मत अनुसार कथन कर दिता है, क्योंकि आप विधान दे महान विद्वान सन। पंजवीं रुत जिसदे विच वेदांत ही वेदांत है, इसी तरह पतंजल जिहड़ा योग मत है, उहदा बड़ा निर्णय खोल खोल के कीता होया है। और जिहड़ा कर्म कांड है, उपासना है, ज्ञान कांड है, इहदे संबंध विच भी बहुत कुछ कवि संतोख सिंह जी ने पंजवीं रुत विच ही कथन कीता है। जिहड़े सरवण दे खट चिन्ह हन, छे लक्षण हन, वो खोल खोल के बयान कीते। इस तरह जिहड़ा ब्रह्म ज्ञान है, वो दो तरह की समाधि, साविकल्प ते निर्विकल्प, इन्हां दे अगे जिहड़े समाधियां दे भेद हन, ये अठे पैर समाधि लगी है ने, ਉਹਨੂੰ ਕੀ ਕਿਹਾ ਜਾਂਦਾ ਹੈ। ਜੋ ਥੋੜਾ ਥੋੜਾ ਸਮੇਂ ਮਨ ਦਾ ਟਿਕ ਜਾਣਾ, ਉਹ ਸਮਾਧੀ ਨੂੰ ਕੀ ਕਿਹਾ ਜਾਂਦਾ ਹੈ। ਉਹ ਸਾਰੇ ਵਿਦਾਂਤ ਮਤ ਅਨੁਸਾਰ ਹੀ ਕਵੀ ਜੀ ਨੇ ਵਰਣਨ ਕੀਤੇ। ਇਸੇ ਤਰ੍ਹਾਂ ਇਸ ਅੰਸੂ ਵਿੱਚ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਮੁਖ ਦੁਆਰਾ ਵਿਦਾਨ ਦਾ ਕਥਨ ਕਵੀ ਜੀ ਨੇ ਕਰ ਦਿੱਤਾ ਹੈ। ਹੁਣ ਸਤਿਗੁਰੂ ਜੀ ਤੇ ਗੁਰੂ ਨਾਨਕ ਸਾਹਿਬ ਵਾਕਈ ਜਾਮੇ कोई ऐसे वेदांत मत अनुसार किसी ने कोई उपदेश नहीं दिंदे सी, वो तो मेहर दी भरी निगाह नाल ही तकदे सन। जब मेहर भरिया सिर ते हथ रख दिंदे सन, या मुखों वाक कहंदे भी सिखा तू निहालो निहाल, इन्हें कहण नाल जिहड़े कपाट है वो सिख सेवक दे साधन करन वाले दे शरण आए दे खुल जांदे सन। इस तरह ब्रह्म स्वरूप दे विचों लवलीन हो जांदा, समाधि ला के स्थित हो जांदा।
ਇਨਕੋ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ ਵਾਲੀ ਗੱਲ ਹੀ ਸਤਿਗੁਰੂ ਵੱਲੋਂ ਹੁੰਦੀ ਸੀ। ਜਿਵੇਂ ਕਵੀ ਜੀ ਨੇ ਸਤਿਗੁਰੂ ਰਾਏ ਸਾਹਿਬ ਜੀ ਦੇ ਮੁਖ ਦੁਆਰਾ ਵਿਦਾਂਤ ਮਤ ਨੂੰ ਜਨਾ ਕੇ ਆਪਣੇ ਆਪੇ ਦੀ ਲਖਤਾ ਕਰਨ ਲਈ, ਆਪਣੇ ਸਵੈ ਸਰੂਪ ਦੀ ਸਾਖਿਆਤਕਾਰ ਕਰਨ ਲਈ, ਪ੍ਰਗਟ ਪ੍ਰਤੱਖ ਕਰਨ ਲਈ, ਸਮਝਣ ਲਈ ਵਚਨ ਕਹੇ, ਉਹ ਜਿਵੇਂ ਵੀ ਆ ਰਿਹਾ ਸੀ ਇਤਿਹਾਸ ਵੀ ਸੁਣੀਏ ਜੀ। ਸ੍ਰੀ ਸਤਿਗੁਰ ਹਰਿ ਰਾਏ ਜੀ। ਸ੍ਰੀ ਸੋਭਾ ਦੇ ਸੰਜੋਗਤ ਸੁਭਾਏ ਮਨ ਸਤਿਗੁਰੂ ਹਰਿ ਰਾਏ ਸਹਿ ਮਹਾਰਾਜ ਜੀ। ਭੁਗਤ ਮੁਕਤ ਦੇ ਦਾਨ, ਜੋ ਆਪਣੇ ਗੁਰਮੁਖ ਗੁਰ ਸਿੱਖਾਂ ਨੂੰ ਭੁਗਤ ਨਾ ਪਦਾਰਥਾਂ ਦਾ ਵੀ ਦਾਨ ਦੇਣ ਵਾਲੇ, ਭਾਵੇਂ ਮੁਕਤੀ ਦੇਣ ਵਾਲੇ। ਇੱਕ ਤਾਂ ਹੁੰਦੇ ਨਾ ਪਦਾਰਥ ਅਸੀਂ ਪੈਸੇ ਦੇ ਕੇ ਲਈਦੇ, ਦੁਕਾਨਾਂ ਤੋਂ ਖਰੀਦਦੇ ਹੁੰਦੇ ਤਰ੍ਹਾਂ ਤਰ੍ਹਾਂ ਦੇ ਮਠਿਆਈਆਂ ਮੁਠਿਆਈਆਂ। ਹੁਣ ਦੀਵਾਲੀ ਆਜੂ, ਪਦਾਰਥ ਦੇ ਸਾਰੇ ਪੈਸੇ ਦੇ ਕੇ ਅਸੀਂ ਛਕਣ ਵਾਲੇ ਪਦਾਰਥ ਖਰੀਦਾਂਗੇ। ਪਰ ਸਤਿਗੁਰੂ ਜਿਹੜੇ ਪਦਾਰਥ ਕਹਿੰਦੇ ਮੁਕਤੀ ਦੇ ਦਿੰਦੇ। ਉਹਨਾਂ ਦੇ ਪਰਰੂਪ ਜਦੋਂ ਬਚਨ ਹੋ ਜਾਂਦੇ, ਉਹਨਾਂ ਕੋਲ ਤਰ੍ਹਾਂ ਤਰ੍ਹਾਂ ਦੇ ਪਦਾਰਥ ਲੋਕ ਲੈ ਲੈ ਕੇ ਤੁਰੇ ਆਉਂਦੇ ਤੇ ਮੱਥਾ ਟੇਕੀ ਜਾਂਦੇ ਆ। ਜਿਹੜੇ ਸਤਿਗੁਰੂ ਹਨ ਕਹਿੰਦੇ ਪਦਾਰਥਾਂ ਦਾ ਵੀ ਦਾਨ ਦੇਣ ਵਾਲੇ ਹਨ। ਤੇ ਅੰਤ ਦੇ ਸਮੇਂ ਜਮਾਂ ਤੋਂ ਛੁੱਟ ਜਾਣਾ, 84 ਦੇ ਨਕਰ ਵਿੱਚੋਂ ਛੁੱਟ ਜਾਣਾ, ਦੁੱਖਾਂ ਤੋਂ ਛੁੱਟ ਜਾਣਾ, ਇਹ ਮੁਕਤੀ ਹੈ। ਇਹ ਜਮਾਂ ਤੋਂ ਛੁਟਕਾਰਾ ਰੂਪ 84 ਦੇ ਚੱਕਰ ਤੋਂ ਬਚਾਅ ਰੂਪ ਜੀ ਦਾਨ ਦਿੰਦੇ ਹਨ। ਇਹ ਵੀ ਮੁਕਤੀ ਬਖਸ਼ਿਸ਼ ਕਰਦੇ ਹਨ। ਹਿਰਦਾ ਸੁਧ ਦੇਖਨ ਕਰਿਓ। ਉਸ ਵੇਲੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਦਾਰਸ਼ਕੋ ਦਾ ਹਿਰਦਾ ਜਿਹੜਾ ਹੈ ਸਾਫ ਸੁਥਰਾ ਸ਼ੁੱਧ ਪਵਿੱਤਰ ਤਕਰਾ ਕੀਤਾ ਹੈ। ਦਾਰਸ਼ਕੋ ਹੋ ਸੁਜਾਨ। ਇਹ ਜਿਹੜਾ ਦਾਰਸ਼ਕੋ ਹੈ ਹਿਰਦੇ ਸ਼ੁੱਧ ਵਾਲਾ ਹੈ ਤੇ ਬੜਾ ਸੁਗੜ ਸੁਜਾਨ ਹੈ, ਬਹੁਤ ਸਿਆਣਾ ਹੈ। ਚੌਪਈ ਤੁਰ ਕੇਸ਼ਰ ਕੋ ਬੰਸ ਮਝਾਰੇ। ਸਾਰਾ ਵਿਚਾਰਦੇ ਹਨ ਜਿਹੜਾ ਤੁਰਕਾਂ ਦਾ ਈਸ਼ਰ ਹੈ ਜਾਂ ਵੀ ਮੁਸਲਮਾਨਾਂ ਦਾ ਪਾਤਸ਼ਾਹ ਹੈ। ਇਹਨਾਂ ਦੀ ਅੰਸ ਵੰਸ ਵਿੱਚ ਸ਼ੁਭ ਮਤ ਉਪਜਿਓ ਗੁਣ ਵਿਚਾਰੇ। ਇਹ ਚੰਗੀ ਮਤ ਵਾਲਾ ਪੈਦਾ ਹੋਇਆ ਹੈ ਤੇ ਚੰਗੇ ਗੁਣਾਂ ਵਾਲਾ ਹੈ, ਉਸ ਸਤਿਗੁਰੂ ਨੇ ਵਿਚਾਰਿਆ ਹੈ। ਮਰੂ ਦੇਸ਼ ਜਿਮ ਸੁਰ ਤਰ ਜੋਵਾ। ਇਹ ਤਾਂ ਇਉਂ ਹੀ ਹੈ ਜਿਵੇਂ ਮਾਰੂ ਦੇ ਇਲਾਕੇ ਵਿੱਚ ਭਾਵ ਰੇਤਲੇ ਸੰਜ ਜਿੱਥੇ ਟਿੱਬੇ ਟਿੱਬੇ ਰੇਤਾ ਹੀ ਉੱਡਦਾ ਹੋਵੇ, ਜਿਵੇਂ ਉੱਥੇ ਕਲਪ ਬਿਰਛ ਪੈਦਾ ਹੋ ਜਾਏ, ਉੱਥੇ ਕਲਪ ਬਿਰਛ ਉੱਗਿਆ ਆਵੇ। ਇਸ ਤਰ੍ਹਾਂ ਕਹਿੰਦੇ ਜਿਹੜੀ ਤੁਰਕਾਂ ਦੀ ਅੰਸ-ਵੰਸ ਹੈ ਇਹ ਤਾਂ ਰੇਤਲੇ ਸਨ, ਮਾਰੂ ਦੇ ਟਿੱਬਿਆਂ ਵਰਗੀ ਹੈ। ਇਹਨਾਂ ਦੀ ਅੰਸ-ਵੰਸ ਵਿੱਚ ਜਿਹੜਾ ਇਹ ਦਾਰਸ਼ਕੂ ਹੈ ਕਲਪ ਬਿਰਛ ਵਾਂਗੂ ਪੈਦਾ ਹੋ ਗਿਆ ਹੈ। ਜਿਮ ਕਾਕਨ ਕੇ ਕੋਕਿਲ ਜੋਵਾ। ਜਿਵੇਂ ਜਿਹੜੇ ਕਾਂ ਹੁੰਦੇ ਹੈ ਉਹਨਾਂ ਦੇ ਕਹਿੰਦੇ ਕੋਇਲ ਪੈਦਾ ਹੋ ਜਾਏ। ਉਹ ਕੋਇਲ ਦਾ ਬੱਚਾ ਆਲਣੇ ਕੌਣੀ ਦੇ ਆਲਣੇ ਵਿੱਚ ਉਹ ਪਲਦਾ ਪੁਲਦਾ ਹੁੰਦਾ ਹੈ। ਇਸ ਤਰ੍ਹਾਂ ਹੀ ਕਹਿੰਦੇ ਜਿਵੇਂ ਉਹ ਕਾਵਾਂ ਦੀ ਕੁਲ ਦੇ ਵਿੱਚ ਕੋਇਲ ਦਾ ਬੱਚਾ ਪੈਦਾ ਹੋ ਜਾਏ, ਪਲ ਜਾਏ, ਇਸ ਤਰ੍ਹਾਂ ਹੀ ਇਹਨਾਂ ਦੀ ਅੰਸ ਕਾਂ ਵਾਂਗ ਹੈ ਤੇ ਦਾਰਸ਼ਕ ਹੋਏ ਕੋਇਲ ਵਰਦਾ ਬੱਚੇ ਵਰਗਾ ਇਹ ਪੈਦਾ ਹੋ ਕੇ ਪਲ ਗਿਆ ਹੈ। ਬਕਨ ਬੰਸ ਕਲ ਹੰਸ ਉਪੰਨਾ। ਹੋਰ ਦ੍ਰਿਸ਼ਟਾਂਤ ਦਿੰਦੇ ਹੈ ਵੀ ਜਿਸ ਤਰ੍ਹਾਂ ਬਗਲਿਆਂ ਦੀ ਜਿਹੜੀ ਹੰਸ ਵੰਸ ਹੈ ਉਹਦੇ ਵਿੱਚ ਕਹਿੰਦੇ ਸੋਹਣਾ ਹੰਸ ਪੈਦਾ ਹੋ ਜਾਏ, ਸੁੰਦਰ ਹੰਸ ਪੈਦਾ ਹੋਵੇ। ਬਗਲਾ ਤਾਂ ਨਾ ਡੱਡਾਂ ਡੁੱਡਾਂ ਖਾਂਦਾ ਹੈ। ਜਿਹੜਾ ਹੰਸ ਹੁੰਦਾ ਹੰਸਾ ਹੀਰਾ ਮੋਤੀ ਚੁਗਣਾ, ਜਾਂ ਮੋਤੀ ਦਾ ਚੋਗਾ ਚੁਗੇਗਾ ਤੇ ਜਾਂ ਹੀਰੇ ਜਾਂ ਦੁੱਧ ਛਕੇਗਾ। ਚੁੰਝ ਦੇ ਵਿੱਚ ਪਰਮੇਸ਼ਰ ਨੇ ਐਸੀ ਉਹਦੇ ਖਟਾਸ ਦੀ ਪਾਈ ਹੈ, ਜਦੋਂ ਦੁੱਧ ਦੇ ਵਿੱਚ ਚੁੰਝ ਮਾਰਦਾ ਉਸੇ ਵੇਲੇ ਦੁੱਧ
ਵੱਖਰਾ ਤੇ ਪਾਣੀ ਵੱਖਰਾ, ਦੁੱਧ ਦੀਆਂ ਫੁੱਟੀਆਂ ਜੀਆਂ ਬਣ ਜਾਂਦੀਆਂ ਹਨ, ਜਿਵੇਂ ਦਹੀਂ ਹੋ ਜਾਂਦਾ ਹੈ, ਤੇ ਪਾਣੀ ਵੱਖਰਾ। ਉਹ ਦੁੱਧ ਦੀਆਂ ਫੁੱਟੀਆਂ ਜੀਆਂ ਝੁੰਝ ਨਾਲ ਚੁਗ ਲੈਂਦਾ, ਅੰਦਰ ਲਗਾ ਦਿੰਦਾ, ਪਾਣੀ ਤਿਆਗ ਦਿੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਮੁਸਲਮਾਨਾਂ ਦੀ ਅੰਸ ਵੰਸ ਹੈ, ਇਹ ਤਾਂ ਬਗਲਿਆਂ ਦੀ ਬੰਸ ਵਾਂਗ ਹੈ। ਤੇ ਇਹ ਜਿਵੇਂ ਕੋਈ ਰਾਜ ਹੰਸ, ਵੱਡਾ ਸੋਹਣਾ ਸਿਆਣਾ ਹੰਸ, ਸੁੰਦਰ ਹੰਸ ਪੈਦਾ ਹੋ ਜਾਏ, ਉਹਦੇ ਵਾਂਗੇ ਦਾਰਸ਼ਕੋ ਪੈਦਾ ਹੋ ਗਿਆ ਸੋਹਣੇ ਹੰਸ ਵਾਂਗ। ਕੋ ਖੁਦਾਏ ਦਰਵੇਸ਼ ਪ੍ਰਸੰਨਾ, ਆਏ ਦਾਰਸ਼ਕੋ ਦੇ ਉੱਪਰ ਜਿਹੜਾ ਕੋਈ ਖੁਦਾ ਦਾ ਦਰਵੇਸ਼ ਸੀ, ਆਪ ਪਰਮੇਸ਼ਰ ਖੁਦਾ ਦੇ ਦਰ ਦੇ ਵਿੱਚ ਪ੍ਰਵੇਸ਼ ਹੋਣ ਵਾਲਾ ਸੀ, ਪਰਮੇਸ਼ਰ ਦੇ ਦਰ ਵਿੱਚ ਪਹੁੰਚਣ ਵਾਲਾ ਸੀ। ਉਹ ਖੁਦਾ ਦੇ ਦਰਵੇਸ਼ ਨੇ ਪ੍ਰਸੰਨ ਹੋ ਕੇ ਇਸ ਤੇ ਪਰਮਾਰਥ ਮਹਿ ਸੁਮਤ ਲਗਾਈ। ਇਹ ਜਿਹੜਾ ਦਾਰਸ਼ਕੋ ਹੈ, ਇਹਦੀ ਜਿਹੜੀ ਅਕਲ ਮਤ ਹੈ, ਬੁੱਧ ਹੈ, ਸ੍ਰੇਸ਼ਟ ਮਤ ਹੈ, ਉਹ ਕਹਿੰਦੇ ਪਰਮਾਰਥ ਵਿੱਚ ਲਾ ਦਿੱਤੀ ਸੀ, ਲਗਾ ਦਿੱਤੀ। ਉਹ ਪਰਮਾਰਥ ਕੀ ਹੈ? ਜਿਹੜਾ ਪਰਮੇਸ਼ਰ ਵਾਹਿਗੁਰੂ ਗਿਆਨ ਸਰੂਪ ਹੈ, ਪਰਮੇਸ਼ਰ ਦੇ ਗਿਆਨ ਦੇ ਵਿੱਚ ਇਸਦੀ ਬੁੱਧ ਲਾ ਦਿੱਤੀ ਸੀ। ਜਨਮ ਮਰਨ ਕੀ ਖੁਐਦ ਚਿਤਾਈ, ਇਸ ਤਰ੍ਹਾਂ ਉਹ ਪਰਮਾਰਥ ਵਿੱਚ ਅਕਲ ਬੁੱਧ ਲਗਾਉਣ ਕਰਕੇ ਜਨਮ ਮਰਨ ਦੀ ਜਿਹੜੀ ਚਿੰਤਾ ਹੈ, ਦੁਬਿਧਾ ਹੈ, ਇਹਦੀ ਗਵਾ ਦਿੱਤੀ ਸੀ, ਕੱਟ ਦਿੱਤੀ ਸੀ। ਵਿਖੈ ਬਾਸ਼ਨਾ ਦੁਰਮਤ ਨਾਸੀ, ਤੇ ਉਹਦੇ ਨਾਲ ਹੀ ਜਿਹੜੀਆਂ ਵਿਸ਼ਿਆਂ ਦੀਆਂ ਵਾਸ਼ਨਾ ਹਨ, ਤੇ ਹੋਰ ਜਿਹੜੀ ਖੋਟੀ ਮੱਤ ਹੈ, ਭੈੜੀ ਮੱਤ ਹੈ, ਉਹ ਵੀ ਨਾਸ ਹੋ ਗਈ ਸੀ। ਕਰੀ ਨਿਕੰਦ ਸ਼ਰਾਗਾਰ ਫਾਸੀ, ਤੇ ਜਿਹੜੀ ਗਲ ਦੇ ਵਿੱਚ ਕਹਿੰਦੇ ਮੁਸਲਮਾਨਾਂ ਦੇ ਦੀਨ ਦੀ ਸ਼ਰ੍ਹਾ ਹੈ, ਉਹ ਵੀ ਕੱਟ ਦਿੱਤੀ ਗਈ ਸੀ। ਉੱਤਮ ਪੰਥ ਚੱਲਨ ਚਿਤ ਚਾਹਿਓ, ਹਾਂ, ਜਿਸ ਕਰਕੇ ਵੀ ਇਹ ਦਾਰਾਸ਼ਕੋ ਨੇ ਜਿਹੜਾ ਸਭ ਤੋਂ ਉੱਤਮ ਰਸਤਾ ਹੈ, ਉਹ ਭਾਵ ਭਗਤੀ ਵਾਲਾ, ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਉਹਦੇ ਵਿੱਚ ਚੱਲਣਾ ਚਾਹਿਆ ਹੈ। ਪੂਰਬ ਵੱਡ ਭਾਗਨ ਤੇ ਲਹਿਓ, ਇਹਦਾ ਪਹਿਲੇ ਕੋਈ ਵੱਡੇ ਭਾਗ ਹੋਣ, ਫਿਰ ਇਸ ਰਸਤੇ ਨੂੰ ਕੋਈ ਲਹਿਓ ਜਾਣਦਾ, ਤੇ ਇਸ ਰਸਤੇ ਚ ਤੇ ਕੋਈ ਚੱਲਦਾ ਹੈ। ਭੋਗਨ ਰਾਜ ਸਮਾਜ ਵਿਸਾਲ, ਇਹ ਕਹਿੰਦੇ ਰਾਜ ਭਾਗ ਦਾ ਤਰ੍ਹਾਂ ਤਰ੍ਹਾਂ ਦੇ ਭੋਗ ਭੋਗਣੇ, ਹਾਥੀ ਘੋੜੇ ਸਾਜੋ ਸਮਾਨ ਬੜਾ ਇਕੱਠਾ ਕਰਨਾ, ਇਸਤਰੀ ਆਦ ਵਿਸ਼ਯਨ ਜੰਜਾਲ, ਘਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪਦਮਣੀਆਂ ਇਸਤਰੀਆਂ, ਹਸਤੀਆਂ ਇਸਤਰੀਆਂ ਆ ਜਾਣੀਆਂ, ਉਹਨਾਂ ਨਾਲ ਮਿਲ ਕੇ ਵਿਸ਼ੇ ਭੋਗਣੇ। ਹੋਰ ਸੰਸਾਰ ਦੇ ਜਿਹੜੇ ਰਾਜ ਭਾਗ ਦੇ ਜੰਜਾਲ ਹੈ, ਧੰਦੇ, ਉਹਨਾਂ ਵਿੱਚ ਫਸੇ ਰਹਿਣਾ। ਨਾਸ਼ਵੰਤ ਇਹ ਕੇਤਿਕ ਦਿਨ ਕੇ, ਇਹ ਤਾਂ ਸਾਰੇ ਕਹਿੰਦੇ ਨਾਸ਼ਵੰਤ ਹੈ, ਕੁਝ ਕੁ ਦਿਨਾਂ ਦੇ ਹਨ। ਛਿਨ ਭੰਗਰ ਜਿਮ ਓਸਨ ਕਨ ਕੇ, ਜਿਵੇਂ ਕਹਿੰਦੇ ਓਸਨ ਦੇ ਕਿਣਕੇ ਹੁੰਦੇ ਆ, ਅੰਮ੍ਰਿਤ ਵੇਲੇ ਤੇਲ ਜੀ ਪੈਂਦੀ ਹੁੰਦੀ, ਉਹਦੇ ਕਿਣਕੇ ਜੇ ਦਿਸਦੇ ਹੁੰਦੇ ਆ। ਜਦੋਂ ਸੂਰਜ ਚੜ ਜਾਂਦਾ ਹੈ, ਗਰਮੈਸ਼ ਪੈਂਦੀ ਹੈ, ਬਸ ਉਤਰੇ ਉਹਦੇ ਕਿਣਕੇ ਜੇ ਧਰਤੀ ਤੇ ਡਿੱਗ ਕੇ ਖਤਮ ਹੁੰਦੇ ਆ। ਇਹ ਕਹਿੰਦੇ ਇਸੇ ਤਰ੍ਹਾਂ ਇਹ ਛਿਨ ਭੰਗਰ ਹਨ, ਥੋੜੇ ਸਮੇਂ ਵਿੱਚ ਨਾਸਵੰਤ ਹਨ, ਤਰੇਲ ਦੇ ਕਿਣਕਿਆਂ ਵਾਂਗ। ਫਸ ਫਸ ਇਨ ਮਹਿ ਕਾਸ਼ਟ ਲਹੰਤੇ, ਆਏ ਜਿਹੜੇ ਵਿਸ਼ੇ ਜੰਜਾਲ ਹੈ, ਇਹਨਾਂ ਵਿੱਚ ਫਸ ਫਸ ਕੇ ਜੀ ਬੜਾ ਦੁੱਖ ਲੈਂਦੇ ਹਨ। ਸਤਿ ਨਾਮ ਕੋ ਨਹਿ ਸਿਮਰੰਤੇ, ਉਹ ਜਿਹੜਾ ਸਦਾ ਸਥਿਰ ਰਹਿਣ ਵਾਲਾ ਵਾਹਿਗੁਰੂ ਨਾਮ ਹੈ, ਉਹਨੂੰ ਕਦੇ ਵੀ ਨਹੀਂ ਸਿਮਰਦੇ ਹਨ। ਸਾਧ ਸਾਧ ਜਾਤੇ ਮਤ ਤੇਰੀ, ਜਿਸ ਕਰਕੇ ਵੀ ਦਾਰਸ਼ਕੋ ਤੇਰੀ ਜਿਹੜੀ ਅਕਲ ਬੁੱਧ ਹੈ, ਉਸਨੂੰ ਵੀ ਸ਼ਾਬਾਸ਼ ਹੈ, ਸ਼ਾਬਾਸ਼ ਹੈ। ਛੁਟਨ ਭਰਿਓ ਵਿਸ਼ਯਨ ਕੀ ਬੇਰੀ, ਜਿਹੜੀ ਵਿਸ਼ਿਆਂ ਦੀ ਬੇੜੀ ਪਈ ਹੋਈ ਹੈ ਨਾ, ਉਹਦੇ ਵਿੱਚੋਂ ਤੂੰ ਛੁੱਟਣਾ ਚਾਹਿਆ ਹੈ, ਨਿਕਲਣਾ ਚਾਹਿਆ ਹੈ। ਬ੍ਰਹਮ ਆਤਮਾ ਮੈਂ ਥਿਤ ਚਾਹਤ, ਜੋ ਬ੍ਰਹਮ ਸਰੂਪ ਤੇਰਾ ਆਤਮਾ ਹੈ, ਆਪਣਾ ਆਪਾ ਹੈ,
ਉਹਦੇ ਵਿੱਚੋਂ ਇਸਤੀ ਕਰਿਆ ਟਿਕਾ ਕਰਿਆ ਚਾਹੁੰਦਾ ਹੈ। ਆਨੰਦ ਹੋਨ ਕੋ ਮਹਿਦ ਉਮਾਹਤ, ਆਨੰਦ ਸਰੂਪ ਨੂੰ ਤੂੰ ਪ੍ਰਾਪਤ ਹੋਣਾ ਬੜਾ ਭਾਰੀ ਮਾਹ ਕਰ ਰਿਹਾ ਹੈ, ਚਾਹ ਕਰ ਰਿਹਾ ਹੈ, ਉਤਸ਼ਾਹਤ ਹੋ ਰਿਹਾ ਹੈ। ਤਿਹ ਸਾਧਨ ਸਾਧਤ ਸਭ ਭਾਂਤੀ, ਜਿੰਨੇ ਸਾਧੂ ਸੰਤ ਹੈ ਉਹ ਐਸਾ ਜਿਹੜਾ ਬ੍ਰਹਮ ਰੂਪ ਆਤਮਾ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਜਿਹੜੇ ਸਾਧਨ ਹਨ ਉਹਨਾਂ ਨੂੰ ਤੂੰ ਸਭ ਤਰ੍ਹਾਂ ਕਰਕੇ ਸਾਧਦਾ ਹੈ। ਆਪ ਉਹ ਆਪਣੇ ਬ੍ਰਹਮ ਸਰੂਪ ਆਤਮਾ ਵਿੱਚ ਇਸਤੀ ਵਾਸਤੇ ਤੂੰ ਤਰ੍ਹਾਂ ਤਰ੍ਹਾਂ ਦੇ ਸਾਧਨ ਜਿਹੜੇ ਕੋਈ ਸਾਧੂ ਸੰਤਾਂ ਨੇ ਦੱਸੇ ਉਹ ਤੂੰ ਸਾਧਦਾ ਹੈ, ਜਾਣੀ ਕਰਦਾ ਹੈ। ਜਿਸ ਤੇ ਭਾਰੇ ਅਪਰ ਨਹਿ ਬਾਤੀ, ਜਿਸ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਤੇ ਹੋਰ ਕੋਈ ਅੱਗੇ ਗੱਲ ਹੀ ਨਹੀਂ ਹੈ। ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਕਰਨ ਲੱਗੀ ਸਮਝ ਲਓ ਸਭ ਤੋਂ ਵੱਡਾ ਸਾਧਨ, ਸਭ ਤੋਂ ਵੱਡਾ ਕੰਮ ਕਰਨ ਲੱਗ ਪਿਆ। ਫਿਰ ਜਿਹਨੇ ਪ੍ਰੇਮ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਉਸ ਤੋਂ ਅੱਗੇ ਹੋਰ ਕੋਈ ਕੰਮ ਬਾਕੀ ਰਹਿ ਰਿਹਾ ਸਾਰੀ ਹੋ ਜਾਂਦੇ ਹਨ। ਕਰਬੇ ਲਗ ਹੈ ਜੋ ਕਾਰਜ ਰਾਸ, ਜਿਹੜਾ ਕੋਈ ਮਨੁੱਖ ਜਿਹੜਾ ਕੰਮ ਹੈ ਉਸ ਨੂੰ ਜਿਸ ਵਿੱਚ ਰਾਸ ਕਰਨ ਲੱਗ ਜਾਂਦਾ ਵੀ ਇਹ ਠੀਕ ਢੰਗ ਦੇ ਨਾਲ ਪੂਰਾ ਹੋ ਜਾਵੇ, ਤਾਹਿ ਸਹਾਇਕ ਚਾਹੀਏ ਪਾਸ। ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਕਾਰਜ ਰਾਸ ਹੋ ਜਾਏ, ਠੀਕ ਢੰਗ ਨਾਲ ਕਾਰਜ ਪੂਰਾ ਹੋ ਜਾਏ, ਉਹਦੇ ਵਾਸਤੇ ਕਹਿੰਦੇ ਸਹਾਇਕ ਜਿਹੜੇ ਮਨੁੱਖ ਨੂੰ ਕੋਲ ਚਾਹੀਦੇ ਹੈ। ਜਗ ਮਹਿ ਉੱਚਾ ਵਚ ਕੇ ਕਾਜ, ਦਾਰਸ਼ਿਕੋ ਸੰਸਾਰ ਦੇ ਵਿੱਚ ਜਿੰਨੇ ਵੀ ਕੰਮ ਉੱਚੇ ਨੀਵੇਂ ਹਨ, ਲੋਕ ਪਰਲੋਕਨ ਕੈ ਸੁਖ ਸਾਜ। ਲੋਕ ਦੇ ਉੱਚੇ ਨੀਵੇਂ ਕੰਮ ਹੈ ਜਾਂ ਪਰਲੋਕ ਦੇ ਛੋਟੇ ਵੱਡੇ ਕੰਮ ਹੈ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਸੁਖਾਂ ਦੇ ਸਾਜੋ ਸਮਾਨ ਹਨ। ਕਿਤਕ ਸਹਾਇਕ ਬਿਨ ਨਹਿ ਹੋਤ, ਕਈ ਜਿਹੜੇ ਕੰਮ ਹੈ ਕਹਿੰਦੇ ਜੇ ਸਹਾਇਤਾ ਕਰਨ ਵਾਲੇ ਨਾ ਹੋਣ ਫਿਰ ਨਹੀਂ ਉਹ ਹੁੰਦੇ, ਸਹਾਇਕ ਹੋਣ ਫਿਰ ਹੋ ਸਕਦੇ ਹਨ। ਨਿਸ਼ਫਲ ਜਾਏ ਆਰੰਭ ਉਦੋਤ, ਜੇ ਉਹਨਾਂ ਨੂੰ ਕੰਮ ਕੋਈ ਬਿਨਾਂ ਸਹਾਇਤਾ ਵਾਲਿਆਂ ਤੋਂ ਕਹਿੰਦੇ ਸ਼ੁਰੂ ਕਰ ਲਏ ਉਹ ਨਿਸ਼ਫਲ ਜਾਂਦੇ, ਉਹ ਵਿਗੜ ਪੈ ਜਾਂਦਾ, ਉਹ ਕੰਮ ਪੂਰੇ ਨਹੀਂ ਹੁੰਦੇ, ਅਧੂਰੇ ਰਹਿ ਜਾਂਦੇ ਹਨ। ਕੇਤਿਕ ਹੈ ਦੋਹ ਸਾਧਿਆ ਮਹਾਨ, ਕਈ ਤਾਂ ਜਿਹੜੇ ਕੰਮ ਹੈ ਕਹਿੰਦੇ ਬਹੁਤ ਹੀ ਦੁਸਾਧ ਹੈ, ਬਹੁਤ ਹੀ ਕਰਨੇ ਔਖੇ ਹਨ, ਬੜੇ ਕਠਿਨ ਹਨ। ਕਰ ਸਕ ਹੈ ਜੇ ਸਮਰੱਥਵਾਨ, ਉਹ ਜਿਹੜੇ ਬੜੇ ਸਮਰੱਥਾ ਵਾਲੇ ਲੋਕ ਹੈ, ਬਹੁਤੇ ਤਾਕਤਵਰ ਲੋਕ ਹੈ, ਉਹ ਕਰ ਸਕਦੇ ਆ ਕਠਿਨ ਕੰਮਾਂ ਨੂੰ, ਹਰ ਇੱਕ ਨਹੀਂ ਕਰ ਸਕਦਾ ਹੈ। ਜਿਨ ਕੋ ਮਿਲੇ ਸਹਾਇਕ ਭਾਰੇ, ਦਾਰਸ਼ੋ ਜਿਨ੍ਹਾਂ ਦੇ ਤਾਈਂ ਬੜੇ ਸਹਾਇਤਾ ਕਰਨ ਵਾਲੇ ਭਾਰੇ ਕੋਈ ਚੰਗੇ ਮਨੁੱਖ ਮਿਲ ਗਏ, ਬਹੁਤੀ ਸਹਾਇਤਾ ਕਰਨ ਵਾਲੇ, ਸੋ ਸਭ ਕਾਰਜ ਕਰ ਹੈ ਸੁਖਾਰੇ। ਉਹ ਸਹਾਇਤਾ ਨਾਲ ਕਹਿੰਦੇ ਸਾਰੇ ਕੰਮਾਂ ਨੂੰ ਸੁਖਾਲੇ ਢੰਗ ਨਾਲ ਹੀ ਪੂਰੇ ਕਰ ਲੈਂਦਾ ਮਨੁੱਖ। ਨਹੀਂ ਸਹਾਇਕ ਸਮਰੱਥ ਨਾਹੀ, ਜਿਸ ਮਨੁੱਖ ਦਾ ਕੋਈ ਸਹਾਇਤਾ ਕਰਨ ਵਾਲਾ ਹੈ ਨਹੀਂ ਤੇ ਆਪ ਵੀ ਉਹ ਸਮਰੱਥਾ ਵਾਲਾ ਨਹੀਂ, ਆਪ ਵੀ ਤਾਕਤਵਰ ਹੈ ਨਹੀਂ। ਸੰਸੈ ਹੈ ਤਿਸ ਕਾਰਜ ਮਾਹੀ, ਉਹਦੇ ਕੰਮ ਦੇ ਵਿੱਚ ਜਿਹੜਾ ਕੋਈ ਪੂਰਾ ਹੋਣਾ ਸੰਸ਼ੈ ਵੀ ਹੋਵੇਗਾ ਕਿ ਨਹੀਂ ਹੋ ਸਕੇਗਾ। ਹੋਏ ਸਹਾਇਕ ਸਮਰੱਥ ਭਾਰੋ, ਕਹਿੰਦੇ ਜਿਹਦੇ ਬਹੁਤੇ ਸਹਾਇਕ ਵੀ ਹੋਣ, ਆਪ ਕਰਨ ਵਿੱਚ ਵੀ ਭਾਰੀ ਸਮਰੱਥਾ ਵਾਲਾ ਹੋਵੇ, ਤਾਕਤਵਰ ਹੋਵੇ, ਤਬ ਕਾਰਜ ਨਿਸ਼ਚਿੰਤ ਸੁਧਾਰੋ। ਤਾਂ ਜਿਹੜਾ ਮਹਾਨ ਤੋਂ ਮਹਾਨ ਕੰਮ ਹੈ ਬਿਨਾਂ ਚਿੰਤਾ ਤੋਂ ਹੀ ਬੇਫਿਕਰ ਹੋ ਕੇ ਸਵਾਰ ਲੈਂਦਾ, ਪੂਰਾ ਕਰ ਲੈਂਦਾ ਹੈ। ਜੋ ਕਾਰਜ ਬ੍ਰਹਮ ਗਿਆਨ ਵਿਸ਼ਾਲਾ, ਜਿਹੜਾ ਵੀ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਜ ਹੈ, ਕੰਮ ਹੈ, ਤਾਂ ਬਹੁਤ ਸਭ ਤੋਂ ਮਹਾਨ ਹੈ, ਵੱਡਾ ਕੰਮ ਹੈ। ਸਤਿ ਨਾਮ ਤੇ ਪੁਰ ਹੈ ਸੁਖਾਲਾ, ਜਿਹੜਾ ਸਤਿਨਾਮ ਵਾਹਿਗੁਰੂ ਦਾ ਸਿਮਰਨ ਹੈ ਇਹਦੀ ਸਹਾਇਤਾ ਨਾਲ ਸੁਖਾਲਾ ਹੀ ਕਹਿੰਦੇ ਪੂਰਾ ਹੋ ਜਾਂਦਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਕਾਰਜ
ਕਾਰਜ। ਸੋ ਸਤ ਨਾਮ ਸਤ ਗੁਰੂ ਪਾਸ। ਉਹ ਐਸਾ ਜਿਹੜਾ ਅੱਠੇ ਪੈਰ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਣਾ, ਇਹ ਸਤਿਗੁਰੂ ਦੇ ਕੋਲ ਹੈ। ਜਿਸ ਕੋ ਬਖਸ਼ਹਿ ਕਰਹਿ ਪ੍ਰਕਾਸ਼। ਜਿਹਨੂੰ ਬਖਸ਼ਿਸ਼ ਕਰ ਦਿੰਦੇ, ਉਹਦੇ ਹਿਰਦੇ ਅੰਦਰ ਸਿਮਰਨ ਦਾ ਪ੍ਰਕਾਸ਼ ਕਰ ਦਿੰਦੇ। ਆਓ ਹਿਰਦੇ ਅੰਦਰ ਅੱਠੇ ਪੈਰ ਸਿਮਰਨ ਕਰਨ ਲੈਂਦਾ, ਮਨ ਰਾਹੀਂ ਚਿੰਤਨ ਕਰੀ ਜਾਂਦਾ ਹੈ। ਤਿਸ ਕੋ ਸਭ ਸੁਖੈਨ ਹੋਏ ਜਾਵੇ। ਉਹਨੂੰ ਕਹਿੰਦੇ ਜਿਹੜਾ ਬ੍ਰਹਮ ਗਿਆਨ ਦਾ ਮਹਾਨ ਕਾਰਜ ਹੈ, ਆਪਣੇ ਆਤਮ ਸਰੂਪ ਦੀ ਲਖਤਾ ਦਾ ਕਾਰਜ, ਉਹ ਸੌਖੀ ਹੋ ਜਾਂਦਾ ਹੈ। ਅਨਕ ਬਿਗਨ ਦੇ ਹਾਥ ਬਚਾਵੇ। ਕਿਉਂਕਿ ਜਿਹੜਾ ਸਤਿਨਾਮ ਵਾਹਿਗੁਰੂ ਦਾ ਸਿਮਰਨ ਹੈ ਬੜਾ ਸਹਾਇਕ ਹੈ, ਉਹਨੂੰ ਅਨੇਕਾਂ ਵਿਘਨਾਂ ਤੋਂ ਹੱਥ ਦੇ ਕੇ ਬਚਾ ਲੈਂਦਾ ਹੈ। ਦੋਹਰਾ ਮਾਰਗ ਇਹ ਬਿਨ ਸਤਿਗੁਰੂ। ਇਹ ਵੇਦਾਰਸ਼ ਕੋਈ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਰਸਤਾ ਹੈ ਸਤਿਗੁਰੂ ਤੋਂ ਬਗੈਰ। ਦੁਸ਼ ਪ੍ਰਾਪਤ ਅਤ ਜਾਨ। ਬਹੁਤ ਹੀ ਔਖਾ ਪ੍ਰਾਪਤ ਹੁੰਦਾ, ਤੂੰ ਜਾਣ ਲਾ। ਸਤਿਗੁਰੂ ਇਸ ਰਸਤੇ ਨੂੰ ਸੌਖਾ ਹੀ ਜਣਾ ਦਿੰਦੇ, ਸਮਝਾ ਦਿੰਦੇ। ਗੁਰੂ ਗ੍ਰੰਥ ਮੈਂ ਕਹਿਓ ਸ਼ੁਭ। ਇਹ ਵੀ ਅਸੀਂ ਆਪਣੇ ਕੋਲੋਂ ਨਹੀਂ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਗੀ ਤਰ੍ਹਾਂ ਨਿਰਣਾ ਕਰਕੇ ਕਿਹਾ ਹੋਇਆ। ਸੋ ਸੁਨ ਕਾਨ ਪ੍ਰਮਾਨ। ਉਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦੇ ਸੰਬੰਧ ਵਿੱਚ ਕੋਈ ਪ੍ਰਮਾਣ ਲਿਖਿਆ ਹੈ, ਗੁਰਬਾਣੀ ਦਾ ਪ੍ਰਮਾਣ ਹੈ, ਉਹ ਤੂੰ ਵੀ ਕੰਨਾਂ ਵਿੱਚ ਸੁਣ ਲੈ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਵੀ ਜਿਹੜੇ ਆਪਣੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਹੈ, ਉਹਨੂੰ ਤਾਂ ਚਿੱਤੇ ਨਹੀਂ ਕਰਦੇ, ਯਾਦ ਨਹੀਂ ਰੱਖਦੇ, ਮਨਮਾਨੀਆਂ ਕਰਦੇ ਹਨ। ਮਨ ਆਪਣੇ ਸੁਚੇਤ। ਚਾਰ ਅੱਖਰ ਵਿਦਾਨ ਦੇ ਪੜ੍ਹ ਲਏ, ਹੋਰ ਪੁਸਤਕ ਪੜ੍ਹ ਲਈ, ਆਪਣੇ ਮਨ ਵਿੱਚ ਹੀ ਬੜੇ ਸੁਚੇਤ ਬਣੇ ਫਿਰਦੇ ਆ, ਬੜੇ ਸਿਆਣੇ ਬਣੀ ਬੈਠੇ, ਬ੍ਰਹਮ ਗਿਆਨੀਆਂ ਹੂੰ ਬ੍ਰਹਮ ਕਰੇ। ਛੁੱਟੇ ਤਿਲ ਬੂਆੜ ਜਿਉ। ਸੁੰਝੇ ਅੰਦਰ ਖੇਤ, ਜਿਵੇਂ ਖੇਤ ਸੁੰਝਾ ਹੋਵੇ, ਜਦ ਖੇਤ ਦੇ ਇਰਦ ਗਿਰਦ ਬਾੜ ਨਾ ਕੀਤੀ ਹੋਵੇ, ਜੇ ਖੇਤ ਦਾ ਕੋਈ ਮਾਲਕ ਨਾ ਹੋਵੇ, ਉਹ ਸੁੰਝਾ ਖੇਤ ਹੁੰਦਾ ਹੈ। ਕਹਿੰਦੇ ਜਿਵੇਂ ਖੇਤ ਖਾਲੀ, ਸੁੰਝੇ ਖੇਤ ਦੇ, ਖਾਲੀ ਖੇਤ ਦੇ, ਬਾੜ ਤੋਂ ਰਹਿਤ ਖੇਤ ਦੇ ਵੀ ਜਿਵੇਂ ਛੁੱਟੇ ਤਿਲ ਬੁਆੜ, ਜਿਵੇਂ ਜਿਹੜਾ ਬੁਆਲ ਤਿਲ ਹੈ, ਜਿਹਦੇ ਵਿੱਚੋਂ ਤਿਲ ਦਾ ਦਾਣਾ ਨਹੀਂ ਨਾ ਪੈਂਦਾ, ਬੂਟੇ ਵਿੱਚ ਸਵਾਹ ਜੀ ਪੈਂਦੀ ਹੈ। ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਬੁਆੜ ਤਿਲ ਹੁੰਦਾ ਹੈ ਨਾ, ਉਹਦੇ ਵਾਂਗ ਉਹ ਛੁੱਟੇ ਕੀ ਛੁੱਟਕ ਕੀਤਾ ਜਾਂਦਾ ਹੈ। ਜਿਹਦੇ ਵਿੱਚ ਦਾਣਾ ਤਿਲ ਨਾ ਪਵੇ, ਉਹਨੂੰ ਉਹ ਜ਼ਿਮੀਦਾਰ ਕਿਸਾਨ ਵਾਢਾ ਵੱਢਦਾ ਨਹੀਂ ਆ, ਖੇਤ ਵਿੱਚ ਉਹਨੂੰ ਉਵੇਂ ਛੱਡਿਆ ਜਾਂਦਾ ਹੈ। ਖੇਤਾਂ ਅੰਦਰ ਛੁੱਟਿਆ। ਉਹ ਜਿਹੜਾ ਬੁਆੜ ਤਿਲ ਆ, ਉਹ ਤਾਂ ਖੇਤ ਦੇ ਅੰਦਰ ਹੀ ਛੁੱਟਕ ਕੀਤਾ ਜਾਂਦਾ, ਛੱਡਿਆ ਜਾਂਦਾ ਹੈ। ਕਹ ਨਾਨਕ ਸੋ ਨਾਹ। ਫਿਰ ਉਹਦਾ ਕੋਈ ਸੌ ਕੀ ਮਾਲਕ ਨਹੀਂ ਹੁੰਦਾ ਹੈ, ਰਾਖਾ ਨਹੀਂ ਹੁੰਦਾ, ਜਾਂ ਫਿਰ ਉਹਦੇ ਪਸ਼ੂ ਡੰਗਰ ਸੈਂਕੜੇ ਮਾਲਕ ਹੁੰਦੇ, ਮਿੱਧ ਮਿੱਧ ਕੇ ਐਨਕ ਝੁੰਬਰ ਕੱਢ ਦਿੰਦੇ ਉਹ ਬੁਆੜ ਤਿਲ ਦਾ। ਫਲੀਆ ਹੈ ਫੁੱਲੀਆ ਹੈ ਬਾਪੜੇ। ਭਾਵੇਂ ਜਿਹੜੇ ਕਹਿੰਦੇ ਤਿਲ ਦੇ ਬੂਟੇ ਐ, ਫਲਦੇ ਵੀ ਐ, ਫੁੱਲਦੇ ਵੀ ਐ ਵਿਚਾਰੇ, ਤਨ ਵਿੱਚ ਸੁਆਹ। ਫਿਰ ਵੀ ਉਹਨਾਂ ਦੇ ਤਨ ਵਿੱਚ, ਸਰੀਰ ਵਿੱਚ ਕਹਿੰਦੇ ਸੁਆਹ ਹੁੰਦੀ ਹੈ। ਜਿਹੜਾ ਉਹ ਛਿੱਟਾ ਜਿਹਾ ਹੁੰਦਾ, ਉਹਦੇ ਵਿੱਚ ਦਾਣਾ ਨਹੀਂ ਹੁੰਦਾ, ਤਿਲ ਨਹੀਂ ਹੁੰਦਾ, ਸੁਆਹ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਤੋਂ ਬਗੈਰ ਹਨ ਨਾ, ਐਵੇਂ ਚਾਰ ਅੱਖਰ ਬਣ ਕੇ ਸਾਵਧਾਨ ਹੋਏ ਬੈਠੇ ਆ, ਉਹਨਾਂ ਦਾ ਹਾਲ ਵੀ ਬੁਆੜ ਤਿਲਾਂ ਵਾਂਗ ਹੀ ਹੁੰਦਾ। ਸੰਸਾਰ ਰੂਪੀ ਖੇਤ ਵਿੱਚ ਹੀ ਉਹ ਛੁੱਟੜ ਕੀਤੇ ਜਾਂਦੇ, ਇੱਥੇ ਛੱਡਦੇ ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਸ਼ੂਆਂ ਬਾਰੇ, ਉਹਨਾਂ ਨੂੰ ਜਿਵੇਂ ਤਿਲ ਨੂੰ ਮਿਲ ਦਿੰਦੇ ਐ, ਮਿਲ ਦਿੰਦੇ ਉਹਨੂੰ। ਇਹ ਭਾਵੇਂ ਕਹਿੰਦੇ ਉਹ ਚਾਰ ਅੱਖਰ ਪੜ੍ਹ ਕੇ ਕੋਈ ਸਾਧਨ ਸੂਧਨ ਕਰਕੇ ਫਲੀਆ ਬੁਪਰੇ ਵਿਚਾਰੇ ਫਲਦੇ ਵੀ ਹੈ, ਰਿੱਧੀਆਂ ਸਿੱਧੀਆਂ ਵੀ ਹੁੰਦੀਆਂ ਹਨ, ਹੋਰ ਸਿੱਖ ਸੇਵਕ ਚੇਲੇ ਚਾਟੇ ਵੀ ਹੁੰਦੇ ਆ, ਫਲਦੇ ਫੁੱਲਦੇ ਆ, ਸਿੱਧੀਆਂ ਵੀ ਹੁੰਦੀਆਂ ਤੇ ਇਸੇ ਤਰ੍ਹਾਂ ਚੇਲੇ ਚਾਟੇ ਵੀ ਹੁੰਦੇ ਆ, ਜਿਹੜੇ
ਚਾਰ ਅੱਖਰ ਪੜ ਕੇ ਫਲਦੇ ਫੁੱਲਦੇ ਆ, ਮਹਾਨ ਬਣੇ ਫਿਰਦੇ ਹਨ। ਧੀ ਤਨ ਵਿੱਚ ਸਵਾਹਾ, ਫਿਰ ਵੀ ਉਹਨਾਂ ਦੇ ਤਨ ਕੀ ਸੂਖਮ, ਮਨ ਵਿੱਚ ਸੂਖਮ, ਸਰੀਰ ਵਿੱਚ ਵਿਸ਼ਿਆਂ ਦੀ ਸੁਆਹ ਹੁੰਦੀ ਹੈ। ਅੰਦਰੋਂ ਕਹਿੰਦੇ ਵਿਸ਼ਈ ਹੁੰਦੇ, ਵਿਕਾਰੀ ਹੁੰਦੇ ਐ। ਪੁਨ ਜੇ ਤੂੰ ਤਾਰੂ ਪਾਣ। ਇਹ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸਾ ਵੀ ਲਿਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਇਹ ਭਾਈ ਜੇ ਤੂੰ ਤਾਰੂ ਪਾਣ, ਸਿੰਧੀ ਵਿੱਚ ਪਾਣ ਦਾ ਅਰਥ ਹੈ ਆਪ, ਇਸੇ ਤਰ੍ਹਾਂ ਪੰਜਾਬੀ ਵਿੱਚ ਹੈ ਪਾਣ, ਪਾਣੀ ਦਾ, ਪਵਨ ਗੁਰੂ ਪਾਣੀ ਪਿਤਾ। ਵੀ ਜੇ ਤੂੰ ਆਪ ਵੀ ਭਾਵੇਂ ਤਾਰੂ ਹੈ, ਚੰਗੀ ਤਰ੍ਹਾਂ ਤਰਨ ਜਾਣਦਾ ਹੈ। ਦੂਜਾ ਜੇ ਤੂੰ ਵੀ ਪਾਣੀਆਂ ਦਾ ਵੀ ਤਾਰੂ ਹੈ, ਭਾਵੇਂ ਡੂੰਘੇ ਡੂੰਘੀਆਂ ਤਾਰੂਆਂ ਪਾਣੀਆਂ ਤੋਂ ਜਿੱਥੇ ਘੁੰਮਣ ਘੇਰੀਆਂ ਪੈਂਦੀਆਂ, ਛੱਲਾਂ ਉੱਠਦੀਆਂ, ਉਹਨਾਂ ਪਾਣੀਆਂ ਦਾ ਵੀ ਤੂੰ ਤਾਰੂਆਂ ਤਰਨ ਜਾਣਦਾ ਹੈ। ਤਾਹੂ ਪੁੱਛ ਤਿੜਨ ਕਲ। ਇਹ ਤਾਂ ਵੀ ਕਹਿੰਦੇ ਜਿਹੜੇ ਤੜਨ ਕਲ, ਤੜਨ ਕੀ ਤਰਨ ਦੀ ਕਲਾ ਜਾਣਦੇ ਹੈ, ਚੰਗੀ ਤਰ੍ਹਾਂ ਤਰਨਾ ਜਾਣਦੇ ਹੈ, ਉਹਨਾਂ ਕੋਲੋਂ ਕਹਿੰਦੇ ਕਲਾ ਪੁੱਛ, ਉਹਨਾਂ ਕੋਲੋਂ ਜੁਗਤੀ ਪੁੱਛ। ਭਾਵੇਂ ਤੂੰ ਆਪ ਪਾਣੀ ਤੋਂ ਤਰਨ ਜਾਣਦਾ ਹੈ, ਪਰ ਫਿਰ ਵੀ ਜਿਨ੍ਹਾਂ ਨੇ ਇਹ ਪਾਣੀ ਨੂੰ ਤਰ ਲਿਆ, ਉਤਰ ਕੇ ਪਾਰ ਲੰਘੇ ਹੈ, ਉਹਨਾਂ ਤੋਂ ਕਲਾ ਜੁਗਤੀ ਪੁੱਛ। ਜੇ ਤੂੰ ਚਾਰ ਅੱਖਰ ਪੜ ਲਏ ਹੈ ਵੀ ਮੈਂ ਇਹ ਪਦਾਰਥ ਮਿਥਿਅੰਤ ਹੈ, ਨਾਸਵੰਤ ਹੈ, ਇਹ ਮੈਂ ਤਿਆਗ ਦਿੱਤੇ, ਇਉਂ ਤੂੰ ਤਰਨ ਜਾਣਦਾ, ਪਾਰ ਲੰਘਣਾ ਜਾਣਦਾ, ਪਰ ਫਿਰ ਵੀ ਪਾਰ ਤਾਂ ਨਹੀਂ ਤੂੰ ਲੰਘਿਆ ਹੈ। ਜਿਹੜੇ ਬ੍ਰਹਮ ਵੇਤੇ ਤਤ ਵੇਤੇ, ਉਹ ਸੰਸਾਰ ਸਮੁੰਦਰ ਦੇ ਪਦਾਰਥਾਂ ਦੇ ਪਾਣੀਆਂ ਤੋਂ ਪਾਰ ਲੰਘੇ ਹੋਏ, ਪਾਰ ਹੋਏ, ਉਹਨਾਂ ਤੋਂ ਕਹਿੰਦੇ ਪਦਾਰਥਾਂ ਦੇ ਪਾਣੀ ਤੋਂ ਪਾਰ ਲੰਘਣ ਦੀ, ਇਹਨਾਂ ਤੋਂ ਉੱਪਰ ਉੱਠਣ ਦੀ ਤੂੰ ਕਲਾ ਜੁਗਤੀ ਸਿੱਖ ਪੜ। ਤਾਹੂ ਖਰੇ ਸੁਜਾਨ। ਕਿਉਂਕਿ ਤੇਰੇ ਨਾਲੋਂ ਵੀ ਜਿਹੜੇ ਚੰਗੇ ਸੁਗੜ ਸੁਜਾਨ ਸੀ, ਪੜ੍ਹੇ ਲਿਖੇ ਸੀ, ਵੰਨਿਆ ਇੰਨੀ ਕਪਰੀ। ਇਹ ਜਿਹੜੀਆਂ ਸੰਸਾਰ ਦੀਆਂ ਕਿਨ ਸੁੰਦਰ ਦੀਆਂ ਕਪਰੀ ਕੀ ਲਹਿਰਾਂ ਹਨ, ਛੱਲਾਂ ਵਿਸ਼ੇ ਵਿਕਾਰਾਂ ਦੀਆਂ, ਪਦਾਰਥਾਂ ਦੀਆਂ, ਵਾਸ਼ਨਾ ਦੀਆਂ, ਸ਼ੋਭਾ ਵਡਿਆਈਆਂ ਦੀਆਂ ਬਥੇਰੇ ਇਹਨਾਂ ਨੇ ਬੁਝਾਈ ਕੇ ਖਰਾਬ ਕੀਤੇ, ਬਥੇਰੇ ਡੋਬੇ ਹਨ ਇਹਨਾਂ ਲਹਿਰਾਂ ਨੇ, ਛੱਲਾਂ ਨੇ, ਕਾਮ ਆਦਿਆਂ ਨੇ, ਸਿੰਘੀ ਭ੍ਰਿੰਗੀ ਵਰਗੇ। ਚੌਪਈ ਪਾਠ ਪਾਠ ਗ੍ਰੰਥ ਹੋਏ ਸਾਵਧਾਨ। ਜਿਹੜੇ ਐਵੇਂ ਚਾਰ ਅੱਖਰ ਵਿਧਾਨ ਦੇ ਪੜ ਪੜ ਕੇ ਸਾਵਧਾਨ ਹੋ ਜਾਂਦੇ, ਸਿਆਣੇ ਬਣ ਬੈਠਦੇ ਹਨ। ਚਾਹਤ ਆਨੰਦ ਬ੍ਰਹਮ ਗਿਆਨ। ਤੇ ਆਪਣੇ ਹਿਰਦੇ ਅੰਦਰ ਚਾਹੁੰਦੇ ਆ ਵੀ ਸਾਡੇ ਅੰਦਰ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਹੋਵੇ। ਨਹਿ ਸਿਮਰਹਿ ਸਤਿਗੁਰ ਸਤਨਾਮ। ਉਹ ਸਤਿਗੁਰੂ ਦੇ ਉਪਦੇਸ਼ ਦੁਆਰਾ ਸਤਨਾਮ ਵਾਹਿਗੁਰੂ ਦਾ ਤਾਂ ਮਨ ਰਾਹੀਂ ਸਿਮਰਨ ਨਹੀਂ ਕਰਦੇ ਹਨ। ਤਿਸ ਕੇ ਨਿਸ਼ਫਲ ਹੋਏ ਸਭ ਕਾਮ। ਉਹਦੇ ਜਿੰਨੇ ਸਾਧਨ ਸੂਦਨ ਜੇ ਕੀਤੇ ਹੁੰਦੇ, ਉਹ ਸਾਰੇ ਕਹਿੰਦੇ ਨਿਸ਼ਫਲ ਚਲੇ ਜਾਂਦੇ, ਵਿਅਰਥ ਹੁੰਦੇ ਹਨ, ਉਹਨੂੰ ਬ੍ਰਹਮ ਗਿਆਨ ਨਹੀਂ ਹੋ ਸਕਦਾ ਹੈ। ਤਿਲ ਬੁਆੜ ਜਿਉ ਰਾਖ ਮਝਾਰ। ਜਿਹੜਾ ਬੁਆੜ ਤਿਲ ਹੁੰਦਾ, ਉਹਦੇ ਵਿੱਚ ਕਹਿੰਦੇ ਰਾਖ ਹੁੰਦੀ ਹੈ, ਸਵਾਈ ਹੁੰਦੀ ਹੈ, ਇਸੇ ਤਰ੍ਹਾਂ ਉਹਨਾਂ ਅੰਦਰ ਵੀ ਵਿਸ਼ਿਆਂ ਦੀ ਹੁੰਦੀ ਹੈ। ਅੰਤ ਕਾਲ ਤਿਮ ਹੋਏ ਨਾ ਸੰਭਾਰ। ਜਦੋਂ ਅੰਤ ਦਾ ਸਮਾਂ ਹੁੰਦਾ, ਉਹ ਜੇ ਵਿਦਾਂਤੀਆਂ ਦਾ ਆਪੇ ਬਣੇ ਅਹੂੰ ਉਹੀ ਮੈਂ ਉਹੀ ਰੇ ਜਾਕੋ ਵੇਦ ਪੁਰਾਣ ਸਖ ਹੋ ਜਾ ਕੰਨ ਕਹਿੰਦੇ ਅੰਤ ਦੇ ਸਮੇਂ ਉਹਨਾਂ ਦਾ ਸੰਭਾਲ ਹੀ ਹੁੰਦੀ ਹੈ। ਉਹ ਘਮੋਤੇ ਹੀ ਮਰਦੇ ਹੁੰਦੇ, ਇਹੋ ਜਿਹੇ ਬ੍ਰਹਮ ਗਿਆਨੀ ਰਸ ਤੋਂ ਡਿੱਗ ਕੇ ਉੱਪਰ ਦੀ ਪਹੀਏ ਲੰਘ ਜਾਂਦੇ, ਮਿੱਝ ਜੀ ਨਿਕਲ ਜਾਂਦੀ ਹੈ। ਜਿਸ ਕੀ ਸਤਿਗੁਰ ਕਰਹਿ ਸਹਾਇ। ਪਰ ਜਿਹੜਾ ਵੀ ਸਤਿਗੁਰੂ ਦੇ ਉਪਦੇਸ਼ ਦੇ ਵਾਲਾ ਹੈ, ਸਿਮਰਨ ਕਰਦਾ, ਉਸ ਦੀ ਸਤਿਗੁਰੂ ਫਿਰ ਸਹਾਇਤਾ ਕਰਦੇ ਹੈ। ਨਿਸ਼ਚੈ ਬ੍ਰਹਮ ਗਿਆਨ ਕਹੁ ਪਾਏ। ਉਹ ਤਾਂ ਨਿਸ਼ਚੈ ਜਿਹੜਾ ਬ੍ਰਹਮ ਗਿਆਨ ਉਹਨੂੰ ਪਾਈ ਲੈਂਦਾ, ਉਹ ਬ੍ਰਹਮ ਗਿਆਨੀ ਹੋ ਜਾਂਦਾ ਅਸਲੀ। ਜੋ ਸਾਗਰ ਕੋ ਤਰਬ ਬੋ ਚਾਹੈ। ਦੂਸਰਾ ਪ੍ਰਮਾਣ ਹੈ, ਤਾਹੂ ਜੇ ਤੂੰ ਤਾਰੂ ਪਾਣ ਤਾਹੂ ਪੁੰਨ ਕਿਸ਼ਾਨ ਤਰਨ ਕਲ। ਉਹ ਪੰਕਤੀ ਦਾ ਅਰਥ ਕਰਦੇ
ਵੀ ਜੋ ਵੀ ਕੋਈ ਸਮੁੰਦਰ ਤੋਂ ਪਾਰ ਤਰਨਾ ਚਾਹੁੰਦਾ, ਪਾਰ ਲੰਘਿਆ ਚਾਹੁੰਦਾ ਹੈ, ਪਾਰ ਭਰਨ ਕੋ ਬਲ ਭੁਜ ਮਾਹੈ। ਉਹ ਮਨੁੱਖ ਦੇ ਕਹਿੰਦੇ ਪਾਰ ਪੈਣ ਵਿੱਚ, ਪਾਰ ਲੰਘਣ ਵਿੱਚ, ਭੁਜਾ ਵਿੱਚ, ਬਾਹਾਂ ਵਿੱਚ ਬੜਾ ਤਕੜਾ ਬਲ ਹੈ, ਬਲੀ ਹੈ। ਤੌਜ ਕੇਵਟ ਤਹਿ ਕੇ ਹੋਏ। ਜਿਹੜੇ ਕੋਈ ਉੱਥੇ ਕਹਿੰਦੇ ਪੱਤਨ ਦੇ ਉੱਪਰੋਂ ਕੇਵਟ ਹੁੰਦੇ, ਮਲਾਹ ਹੁੰਦੇ ਐ, 300 ਬੂਝਤ ਰਹਿ ਸੁਖ ਹੋਏ। ਜੇ ਉਹਨਾਂ ਨੂੰ ਪੁੱਛਦਾ ਰਹੇ ਵੀ ਇੱਥੇ ਕਿੰਨਾ ਕੁ ਪਾਣੀ ਡੂੰਘਾ ਹੈ, ਇੱਥੇ ਕਿੰਨੀਆਂ ਕੁ ਛੱਲਾਂ ਉੱਠਦਾ, ਕਹਿੰਦੇ ਜੇ ਉਹਨਾਂ ਨੂੰ ਪੁੱਛਦਾ ਰਹਿੰਦਾ ਹੈ ਉਹ ਫਿਰ ਸੁਖੀ ਰਹਿੰਦਾ, ਉਹ ਸੌਖਾ ਹੀ ਪਾਰ ਲੰਘ ਜਾਂਦਾ ਹੈ। ਨਾਹਿ ਤਕ ਅਪਰਜ ਸਾਗਰ ਮਾਹੀ। ਨਹੀਂ ਤਾਂ ਕਹਿੰਦੇ ਸਮੁੰਦਰ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੱਪਰਾਂ ਉੱਠਦੀਆਂ, ਲਹਿਰਾਂ ਛੱਲਾਂ ਉੱਠਦੀਆਂ ਹਨ, ਤਿਨ ਕੋ ਭੇਦ ਲਖ ਸਕੈ ਨਾਹੀ। ਜਿਹੜਾ ਆਪੇ ਸਿਆਣਾ ਬਣਿਆ ਫਿਰਦਾ ਉਹਨਾਂ ਦਾ ਭੇਦ ਨਹੀਂ ਜਾਣ ਸਕਦਾ ਹੈ ਵੀ ਕਿੰਨੀਆਂ ਉੱਚੀਆਂ ਲਹਿਰਾਂ ਉੱਠਦੀਆਂ ਹਨ। ਤਰਤ ਜਾਤ ਕਹੁ ਖੈਂਚ ਸੋ ਲੇਤੇ। ਉਹ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਉਹ ਤਾਂ ਕਹਿੰਦੇ ਜਿਹੜਾ ਤਰਿਆ ਜਾਂਦਾ ਹੈ ਉਹਨੂੰ ਵੀ ਆਪਣੇ ਵਿੱਚੋਂ ਖਿੱਚ ਲੈਂਦੀਆਂ। ਰਾਖਹਿ ਬੀਚ ਨ ਉਬਰਨ ਦੇਤੇ। ਉਹ ਸਮੁੰਦਰ ਦੀਆਂ ਛੱਲਾਂ ਤਰਨ ਵਾਲੇ ਨੂੰ ਆਪਣੇ ਵਿੱਚ ਹੀ ਰੱਖ ਲੈਂਦੀਆਂ, ਉਹਨੂੰ ਪਾਰ ਨਹੀਂ ਲੰਘਣ ਦਿੰਦੀਆਂ ਹਨ। ਤਰਤ ਜੇ ਨਰ ਤਿਨ ਗਿਣਤੀ ਕੌਣ। ਹੈ ਵੇਦਾਰ ਸ਼ਿਕੋੜ ਜਿਹੜੇ ਮਨੁੱਖ ਤਰਨਾ ਜਾਣਦੇ, ਉਹਨਾਂ ਮਨੁੱਖਾਂ ਦੀ ਗਿਣਤੀ ਤਾਂ ਕਿਹੜੇ ਰੂਪ ਵਿੱਚ ਹੈ। ਉੱਪਰ ਉੱਡੇ ਜਾਹਿ ਖਗ ਜਾਨ। ਉਹ ਜਿਹੜੀਆਂ ਕਹਿੰਦੇ ਸਮੁੰਦਰ ਵਿੱਚੋਂ ਲਹਿਰਾਂ ਉੱਚੀਆਂ ਉੱਚੀਆਂ ਉੱਠਦੀਆਂ, ਉਹ ਤਾਂ ਜਿਹੜੇ ਆਕਾਸ਼ ਵਿੱਚ ਪੰਛੀ ਉੱਡੇ ਹੁੰਦੇ ਉੜਦੇ ਜਾਂਦੇ ਹੁੰਦੇ ਹਨ। ਤਿਨਹੋ ਐਚ ਕਰ ਲੇਤ ਡੁਬਾਈ। ਉਹਨਾਂ ਨੂੰ ਵੀ ਕਹਿੰਦੇ ਉਹ ਸਮੁੰਦਰ ਦੀਆਂ ਛੱਲਾਂ ਖਿੱਚ ਕੇ ਆਪਣੇ ਵਿੱਚ ਡੁਬੋ ਲੈਂਦੀਆਂ ਹਨ। ਕੇਵਟ ਬੂਝੇ ਦੇਤ ਬਤਾਈ। ਔਰ ਜਿਹੜੇ ਕੋਈ ਮਲਾਹ ਹੈ ਸਮੁੰਦਰੀ ਜਹਾਜ਼ ਵਿੱਚ ਨਹੀਂ ਰਸਤਾ ਤੈਅ ਕਰਨ ਵਾਲੇ, ਸਮੁੰਦਰਾਂ ਵਿੱਚ ਰਹਿਣ ਵਾਲੇ, ਉਹਨਾਂ ਨੂੰ ਪੁੱਛ ਲੈ ਉਹ ਸਾਰਾ ਕੁਝ ਦੱਸ ਦਿੰਦੇ ਆ ਵੀ ਇਸ ਤਰ੍ਹਾਂ ਜਦੋਂ ਲਹਿਰ ਉੱਠੇ ਉਦੋਂ ਵੀ ਆਪਣੇ ਜਹਾਜ਼ ਨੂੰ ਇੱਧਰ ਕਰ ਲੈ, ਇੱਧਰ ਕਰ ਲੈ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਹੈ ਇਹ ਵੀ ਉਹ ਸਮੁੰਦਰੀ ਜਹਾਜ਼ ਦਾ ਜਿਵੇਂ ਮੁਖੀ ਹੁੰਦਾ ਹੈ, ਚਲਾਉਣ ਵਾਲਾ ਹੈ, ਉਹ ਵੀ ਦੱਸ ਦਿੰਦੇ ਆ ਵੀ ਜਦੋਂ ਕਾਮ ਦੀ ਲਹਿਰ, ਕ੍ਰੋਧ ਦੀ ਲਹਿਰ, ਲੋਭ ਦੀ ਲਹਿਰ ਉੱਠੇ ਤੇ ਤੂੰ ਇਸ ਤਰ੍ਹਾਂ ਵੀ ਇਹਨਾਂ ਤੋਂ ਬਚਾਅ ਕਰਨਾ ਹੈ। ਕਿਉਂਕਿ ਜਦੋਂ ਕਾਮ ਦੀ ਉਦੋਂ ਵਸਤੂ ਵਿਚਾਰ ਦੀ ਵਿਚਾਰ ਨਹੀਂ, ਇਸ ਵਾਸਤੇ ਮੈਂ ਦੇਖ ਕੇ ਲੱਟੂ ਹੋ ਰਹੇ ਹਾਂ, ਉਹ ਸਰੀਰ ਦੇ ਵਿੱਚ ਕੀ ਹੈ, ਹੱਡ ਚਾਮੀ ਹੈ, ਗੰਦੀ ਹੈ, ਹੋਰ ਕੀ ਹੈ। ਇਸ ਤਰ੍ਹਾਂ ਜਦੋਂ ਕੋਈ ਮਾੜਾ ਮੋਟਾ ਚੰਗਾ ਮੰਦਾ ਕਹਿੰਦਾ ਉਦੋਂ ਕ੍ਰੋਧ ਉੱਠਦਾ ਹੈ, ਫਿਰ ਉਸ ਵੇਲੇ ਖਿਮਾ ਦੀ ਆਸਰਾ ਲਵੇ, ਸਹਾਰਨ ਸ਼ਕਤੀ ਨੂੰ ਅੱਗੇ ਰੱਖੇ। ਇਹਦੇ ਨਿੰਦਿਆ ਕਰਨ ਨਾਲ, ਮਾੜਾ ਕਹਿਣ ਨਾਲ ਮੇਰੀ ਕੋਈ ਲੱਤ ਬਾਂਹ ਤਾਂ ਨਹੀਂ ਟੁੱਟਦੀ, ਆਪਣੀ ਜ਼ਬਾਨ ਗੰਦੀ ਕਰਦਾ। ਮੈਂ ਜਿਹੋ ਜਿਹਾ ਹੈਗਾ, ਜਿਹੋ ਜਿਹਾ ਪਰਮੇਸ਼ਰ ਨੇ ਮੈਨੂੰ ਪੈਦਾ ਕੀਤਾ, ਇਹੋ ਜਿਹਾ ਮੈਂ ਚੰਗਾ ਬੰਦਾ ਹੈਗਾ, ਇਹ ਮੇਰਾ ਕੀ ਨਿੰਦ ਕੇ ਵੰਡ ਕੇ ਮਾੜਾ ਕਰ ਸਕਦਾ ਹੈ। ਇਹ ਤਾਂ ਸਗੋਂ ਹੋਇਆ ਭਾਰ ਮੇਰਾ ਜਿਹੜਾ ਗੰਦਮੰਦ ਹੈ, ਪਾਪ ਹੈ, ਗੁਨਾਹ ਆਪਣੇ ਸਿਰੇ ਚੁੱਕੀ ਜਾਂਦਾ, ਚੰਗਾ ਕਰ ਰਿਹਾ ਹੈ। ਜਿਵੇਂ ਕੋਈ ਘਰ ਦੀ ਸਫਾਈ ਕਰੇ ਝਾੜੂ ਵਾੜੂ ਦੇ ਕੇ, ਦੂਜਾ ਤਾਂ ਘਰ ਵਾਲਾ ਖੁਸ਼ੀ ਹੁੰਦਾ ਵੀ ਚੰਗਾ ਲੈਣਾ ਨਹੀਂ ਦੇਣਾ ਨਹੀਂ, ਨੇ ਵਧੀਆ ਸਾਫ਼ ਕਰਤਾ ਘਰ। ਇਸ ਤਰ੍ਹਾਂ ਕਹਿੰਦੇ ਜਿਹੜੀ ਖਿਮਾ ਹੈ, ਸਹਾਰਨ ਸ਼ਕਤੀ, ਉਹਦੇ ਕਰਕੇ ਜਦੋਂ ਕ੍ਰੋਧ ਹੁੰਦਾ ਹੈ ਉਹਨੂੰ ਨਿਵਿਤ ਕਰੇ, ਇਹ ਤਾਂ ਮੇਰਾ ਸਾਫ਼ ਸਫਾਈ ਕਰ ਰਿਹਾ ਹੈ, ਇਹ ਮੇਰੇ ਘਰ ਦਾ ਸਰੀਰ ਦਾ ਗੰਦ ਚੁੱਕ ਰਿਹਾ ਹੈ, ਪਾਪਾਂ ਦੀ ਮੈਲ ਹੋਰ ਸਾਰਾ ਕੁਛ ਆਪਣੇ ਸਿਰ ਲੈ ਰਿਹਾ ਹੈ। ਇਸ ਤਰ੍ਹਾਂ ਕਹਿੰਦੇ ਜਦੋਂ ਕਿਤੇ ਲੋਭ ਆਉਂਦਾ ਵੀ ਆ ਵੀ ਜਿਹੜੀ ਰਿੱਧੀਆਂ ਸਿੱਧੀਆਂ ਲੈ ਲਈਏ, ਇਹਦੇ ਨਾਲ 4 ਦਿਨ ਲੰਘਾ ਲਈਏ, ਫਿਰ ਉਸ ਵੇਲੇ ਸੰਤੋਖ ਨੂੰ ਅੱਗੇ ਕਰ ਵੀ ਤੂੰ ਇਤਨੋਂ ਹਟ, ਜਸਾਲਾ ਬਾਤ ਸਾ ਸੰਤੋਸ਼, ਜੋ ਤੇਰੀ ਕਿਸਮਤ ਵਿੱਚ ਉਹ ਤੈਨੂੰ ਮਿਲ ਜਾਣਾ ਹੈ। ਤੂੰ ਐਵੇਂ ਕੋਈ ਲੋਭੀ ਲਾਲਚੀ ਬਣ, ਲਾਲਚ ਲਾਗੇ ਜਨਮ ਗਵਾਇਆ, ਇੱਧਰ ਕਿਉਂ ਆਪਣਾ ਜਨਮ ਗਵਾਉਂਦਾ ਹੈ। ਇੱਧਰੋਂ
ਵਿਚਾਰ ਨਾਲ ਸਤਿਗੁਰੂ ਦੁਆਰਾ ਇਹ ਕਹਿੰਦੇ ਬਚ ਜਾਂਦਾ ਹੈ। ਦਾਹਨ ਬਾਮ ਵਿਚਾਰ ਬਚਾਵੋ। ਹਾਂ, ਜਿਹੜੇ ਸਤਿਗੁਰੂ ਹੈ ਉਹ ਕਹਿੰਦੇ ਸਮੁੰਦਰੀ ਜਹਾਜ਼ ਵੀ ਜਿਵੇਂ ਸਿਆਣਾ ਹੁੰਦਾ ਨਾ ਸਮੁੰਦਰ ਨੂੰ ਚਲਾਉਣ ਵਾਲਾ, ਉਹ ਕਹਿੰਦੇ ਵੀ ਤੂੰ ਸੱਜੇ ਹੋ ਜਾ ਖੱਬੇ ਹੋ ਜਾ, ਆਪਣੇ ਜਹਾਜ਼ ਨੂੰ ਬਚਾ ਲਾਏ ਨਾ ਤਾਂ ਸਿੱਧੇ ਪਾਰ ਉਤਰ ਕਰ ਜਾਵੋ। ਸਿੱਧਾ ਜਿਹੜਾ ਭਾਉ ਭਗਤੀ ਵਾਲਾ ਰਸਤਾ ਹੈ ਤੂੰ ਇਹਦੇ ਦੁਆਰਾ ਪਾਰ ਲੰਘ ਜਾ, ਮੰਜ਼ਿਲ ਤੇ ਪਹੁੰਚ ਜਾ, ਪਰਮੇਸ਼ਰ ਤੱਕ ਪੁੱਜ ਜਾ। ਤਿਮ ਸਤਿਗੁਰ ਤੇ ਭੇਦ ਬਤਾਵੇ। ਜਿਵੇਂ ਉਹ ਕਹਿੰਦੇ ਸਮੁੰਦਰੀ ਜਹਾਜ਼ ਦਾ ਮਾਲਕ ਜਹਾਜ਼ ਨੂੰ ਚਲਾਉਣ ਵਾਲਾ ਸਭ ਕੁਝ ਦੱਸ ਦਿੰਦਾ ਵੀ ਇੱਧਰ ਉੱਧਰ ਹੋ ਕੇ ਖੱਬੇ ਸੱਜੇ ਤੂੰ ਸਿੱਧਾ ਪਾਰ ਲੰਘ ਜਾਈਂ। ਜਿਹਨੇ ਪਰਮੇਸ਼ਰ ਤੱਕ ਪਹੁੰਚਣਾ, ਮੰਜ਼ਿਲ ਤੱਕ ਪਹੁੰਚਣਾ, ਉਹਨੂੰ ਸਤਿਗੁਰੂ ਸਭ ਕੁਝ ਦੱਸ ਦਿੰਦੇ ਹਨ। ਕਾਮ ਆਦਿਕ ਸਭ ਤੇ ਸੋ ਬਚਾਵੇ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੜੀਆਂ ਬੜੀਆਂ ਛਲਾਂ ਹੈ, ਜਦੋਂ ਇਹਨਾਂ ਦੀ ਪ੍ਰਬਲਤਾ ਹੁੰਦੀ ਹੈ ਉਹ ਤੋਂ ਸਤਿਗੁਰੂ ਬਚਾ ਦਿੰਦੇ ਹਨ। ਜਦੋਂ ਅਰਦਾਸ ਕਰੀ ਦੀ ਸਤਿਗੁਰੂ ਅੱਗੇ ਕਿ ਮਾਰਾ ਬਚਾਓ ਆਪ। ਸਿਮਰਨ ਸਤ ਨਾਮ ਦੇ ਰੰਗ। ਕਿਉਂਕਿ ਸਤਿਗੁਰੂ ਆਪਣੇ ਕੋਲੋਂ ਸਤਿਨਾਮ ਵਾਹਿਗੁਰੂ ਦੇ ਸਿਮਰਨ ਕਰਨ ਦਾ ਰੰਗ ਲੈ ਦਿੰਦੇ ਆ, ਪ੍ਰੇਮ ਲਾ ਦਿੰਦੇ ਹਨ। ਜੀਵਤ ਮ੍ਰਿਤ ਸਦਾ ਰਹਿ ਸੰਗ। ਜਿੰਨਾ ਚਿਰ ਮਨੁੱਖ ਜਿਉਂਦਾ ਉਹਨਾਂ ਚਿਰ ਵੀ ਸਤਿਨਾਮ ਦਾ ਸਿਮਰਨ ਪ੍ਰੇਮ ਨਾਲ ਰਹਿੰਦਾ ਹੈ। ਜਦੋਂ ਮਰ ਜਾਂਦਾ ਹੈ, ਅੱਗੇ ਜਾਂਦਾ ਹੈ, ਫਿਰ ਵੀ ਇਹ ਸਿਮਰਨ ਦਾ ਪ੍ਰੇਮ ਨਾਲ ਹੀ ਬਣਿਆ ਰਹਿੰਦਾ, ਉੱਥੇ ਵੀ ਸਿਮਰਦਾ ਹੀ ਜਾਂਦਾ ਹੈ। ਜਸ ਜਸ ਭੀਰ ਜਹਾਂ ਜਹ ਹੋਈ। ਜੈਸੀ ਜੈਸੀ ਭੀੜ ਜਿੱਥੇ ਜਿੱਥੇ ਵੀ ਕੋਈ ਹੁੰਦੀ ਹੈ, ਸੁਖਦ ਸਹਾਇਕ ਤਹ ਤਹ ਹੋਈ। ਇਹ ਕਹਿੰਦੇ ਸੁਖ ਦੇਣ ਵਾਲਾ ਜਿਹੜਾ ਸਿਮਰਨ ਹੈ ਉਹ ਕਹਿੰਦੇ ਉੱਥੇ ਉੱਥੇ ਸਹਾਇਕ ਹੁੰਦਾ ਹੈ। ਸਤ ਨਾਮ ਸਿਮਰਨ ਤੇ ਹੀਨ। ਇਹ ਵੀ ਦਾਰਸ਼ਕੋ ਜਿਹੜੇ ਸਤਿਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਸਤਿਨਾਮ ਸਿਮਰਨ ਕਰਨਾ, ਇਸ ਤੋਂ ਬਿਨਾਂ ਹਨ ਭਾਵ ਦੇਸ਼ ਲੈ ਕੇ ਸਿਮਰਨ ਨਹੀਂ ਕਰਦੇ ਹਨ। ਸਰਵਣ ਆਦਿਕ ਜੋ ਕਰਹਿ ਹਿਤ ਚੀਨ। ਇਸ ਤਰ੍ਹਾਂ ਜਿਹੜੇ ਕੋਈ ਵਿਧਾਨ ਸ਼ਾਸਤਰ ਵਿੱਚ ਸਰਵਣ ਆਦਿਕ ਦੱਸੇ ਹਨ, ਘਟ ਚਿੰਨ੍ਹਾਂ ਸਹਿਤ ਕਹਿੰਦੇ ਸੁਣਦੇ ਹਨ। ਆਪਣੇ ਵਾਸਤੇ, ਆਪਣੇ ਆਤਮਾ ਨੂੰ ਚੀਨਣ ਵਾਸਤੇ, ਜਾਣਨ ਵਾਸਤੇ। ਤਿਨ ਕੋ ਗਿਆਨ ਹੋਣ ਮੈਂ ਸੰਸੈ। ਉਹਨਾਂ ਨੂੰ ਵੀ ਬ੍ਰਹਮ ਦਾ ਗਿਆਨ ਹੋ ਜਾਏ, ਆਪਣੇ ਆਤਮਾ ਦਾ ਗਿਆਨ ਹੋ ਜਾਏ, ਸੰਸ਼ੇ ਵਾਲੀ ਗੱਲ ਹੈ ਵੀ ਸ਼ਾਇਦ ਨਾ ਹੀ ਹੋਵੇ। ਕੋ ਵਿਕਾਰ ਕਿਤੇ ਸਕਲ ਵਿਧੰਸੈ। ਕਹਿੰਦੇ ਕੋਈ ਨਾ ਕੋਈ ਜਿਹੜਾ ਵਿਕਾਰ ਹੈ ਉਹਦਾ ਜਿੰਨਾ ਹੈ ਸਾਰਾ ਕੁਛ ਨਾਸ਼ ਕਰਕੇ ਰੱਖ ਦਿੰਦਾ, ਕਰਿਆ ਕਰਾਇਆ ਉਹ ਜਿਹੜਾ ਹੈ ਨਾ ਉਹ ਸਾਰਾ ਸਾਧਨ ਨਾਸ਼ ਕਰ ਦਿੰਦਾ ਹੈ। ਛੁੱਟ ਹੈ ਨ ਤਿੰਨ ਕੀ ਆਵਾਗੌਨ। ਜਿਹੜੇ ਨਿਰਾ ਸਰਵਣੀ ਕਰਦੇ ਹੈ, ਸੁਣੀ ਲੈਂਦੇ ਹੈ ਤੇ ਗੁਰੂ ਦੁਆਰਾ ਸਿਮਰ ਨਹੀਂ ਕਰਦੇ, ਉਹਨਾਂ ਦਾ ਆਵਾਗਣ ਤੋਂ ਛੁਟਕਾਰਾ ਨਹੀਂ ਹੁੰਦਾ ਹੈ। ਉਹ 84 ਦੇ ਚੱਕਰ ਤੋਂ ਨਿਕਲਦੇ ਛੁੱਟਦੇ ਨਹੀਂ ਹਨ। ਬਿਨ ਸਹਾਏ ਵਪਰੇ ਨਰ ਜੋ। ਜਿਹੜੇ ਵਿਚਾਰੇ ਕਹਿੰਦੇ ਪੁਰੇ ਸਤਿਗੁਰੂ ਦੀ ਸਹਾਇਤਾ ਤੋਂ ਬਗੈਰ ਹਨ। ਕੋ ਨਹਿ ਦੇ ਕਰ ਹਾਥ ਬਚਾਵੇ। ਉਹਨਾਂ ਨਗੁਰਿਆਂ ਨੂੰ ਕਹਿੰਦੇ ਕੋਈ ਵੀ ਹੱਥ ਦੇ ਕੇ ਇਹਨਾਂ ਲਹਿਰਾਂ ਤੋਂ ਵਿਕਾਰਾਂ ਤੋਂ ਨਹੀਂ ਬਚਾਉਂਦਾ ਹੈ। ਕਿਆ ਸੋ ਕਰਹਿ ਅੰਤ ਬਿਲ ਲਾਵੇ। ਇਹੋ ਜਿਹੇ ਨਗੁਰੇ ਪੁਰਸ਼ ਕੀ ਕਰਨ ਜਦੋਂ ਅੰਤ ਦਾ ਸਮਾਂ ਹੋਊਗਾ, ਜੋ ਵਿਕਾਰਾਂ ਵਿੱਚ ਪੈ ਕੇ ਮਾੜੇ ਕੰਮ ਕੀਤੇ, ਬਦਮਾਸ਼ੀਆਂ ਕੀਤੀਆਂ, ਪਰ ਇਸਤਰੀ ਗਵਨ ਕੀਤਾ, ਫਿਰ ਉਹ ਬਿਰਲਾਪ ਕਰਨਗੇ। ਜਾਂ ਤੇ ਸੁਨ ਹਮਰੋ ਉਪਦੇਸ਼। ਇਸ ਕਰਕੇ ਵੀ ਦਾਰਸ਼ਕੋ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜੋ ਸੁਭ ਉਪਦੇਸ਼ ਹੈ ਤੂੰ ਧਿਆਨ ਦੇ ਕੇ ਸੁਣ। ਸਭ ਸੁਖੇ ਨਹੀਂ ਮਿਟੈ ਕਲੇਸ਼। ਜਿਸ ਉਪਦੇਸ਼ ਦੇ ਸੁਣ ਕਰਕੇ ਤੇ ਕਮਾਉਣ ਕਰਕੇ ਸੌਖੇ ਢੰਗ ਨਾਲ ਹੀ ਤੇਰੇ ਜਿਹੜੇ 5 ਤਰ੍ਹਾਂ ਦੇ ਕਲੇਸ਼ ਆ ਮਿਟ ਜਾਣਗੇ। ਅਵਿਦਿਆ ਵੀ ਮਿਟ ਜਾਊ, ਅਸਮਤਾ, ਪ੍ਰਮੁਖ ਵਿਰਤੀ ਵੀ, ਤੇ ਇਸ ਤਰ੍ਹਾਂ ਅਗਿਆਨਤਾ ਵੀ
ਅਭਿਨਵੇਸ਼ ਖੋਟਾ ਹਠਵੀ ਰਾਗ ਮੋਹ ਵੀ ਦਵੈਸ਼ ਵੀਰ ਖਾਦਵੈ ਤਾਦਿਕ ਸਭ ਚਕਰ ਕਲੇਸ਼ ਮਿਟ ਜਾਵਣਗੇ। ਕਰਹੋ ਅਰਾਧਨ ਸਭ ਜਗ ਨਾਇਕ। ਇਸ ਤਰ੍ਹਾਂ ਵੀ ਗੁਰੂ ਦੁਆਰਾ ਉਪਦੇਸ਼ ਲੈ ਕੇ ਸਾਰੇ ਸੰਸਾਰ ਦਾ ਜਿਹੜਾ ਮਾਲਕ ਪਰਮੇਸ਼ਰ ਹੈ ਉਹਦਾ ਤੂੰ ਅਰਾਧਨ ਕਰ। ਪ੍ਰਭ ਵਿਸਾਲ ਹੋਏ ਦਾਸ ਸਹਾਇਕ। ਜਿਹੜਾ ਪ੍ਰਭੂ ਹੈ ਬਹੁਤ ਵੱਡਾ ਹੈ, ਫਿਰ ਆਪਣੇ ਦਾਸਾਂ ਦਾ ਸਹਾਇਕ ਹੁੰਦਾ ਜਦੋਂ ਉਹਦਾ ਕੋਈ ਅਰਾਧਨ ਕਰਦਾ ਹੈ। ਇਕ ਮੇਵਾ ਦੁਤੀਓ ਜੋ ਬ੍ਰਹਮ। ਉਹ ਸਭ ਤੋਂ ਵੱਡਾ ਪਰਮ ਪਰਮਾਤਮ ਮਹਾਨ ਕੌਣ ਹੈ? ਏਕ ਮੇਵਾ ਅਦੁੱਤੀ ਜੋ ਬ੍ਰਹਮ। ਇੱਕ ਮੇਵਾ ਨਾ ਨਿਸ਼ਚੇ ਦਾ ਇਹਦੇ ਵਿੱਚੋਂ ਏਵਾ ਬਣ ਜੋ ਇੱਕ ਏਵਾ ਅਦੁੱਤੀ ਬ੍ਰਹਮ। ਇੱਕ ਜੋ ਇਹ ਨਿਸ਼ਚੇ ਕਰਕੇ ਅਦਵੈਤ ਰੂਪ ਦਵੈਤ ਤੋਂ ਰਹਿਤ ਬ੍ਰਹਮ ਹੈ। ਇਸ ਕੋ ਸਰਵਨ ਕਰਹੋ ਤਾਜ ਭਰਮ। ਸਾਰੇ ਕਹਿੰਦੇ ਭਰਮ ਭੁਲੇਖੇ ਛੱਡ ਕੇ ਸਤਿਗੁਰੂ ਦੁਆਰਾ ਕਹਿੰਦੇ ਇਹਦਾ ਸਰਵਣ ਕਰੇ। ਜਿਹੜੇ ਖਟ ਚਿੰਨ ਹਨ ਸਰਵਣ ਦੇ ਵਿਚਾਰ ਸਾਗਰ ਵਿੱਚ ਲਿਖੇ ਉਹਨਾਂ ਦੁਆਰਾ ਕਹਿੰਦੇ ਭਰਮ ਭੁਲੇਖੇ ਛੱਡ ਕੇ ਸਰਵਣ ਕਰੇ। ਸੋਬਟ ਰਥੀ ਸਮ ਇਸ ਕੋ ਜਾਨ। ਕਹਿੰਦੇ ਜਿਹੜਾ ਖਟ ਚਿੰਨਾਂ ਦੁਆਰਾ ਸਰਵਣ ਕਰਨਾ ਹੈ, ਉਪਦੇਸ਼ ਦਾ ਸੁਣਨਾ ਹੈ, ਇਹ ਤਾਂ ਜਿਵੇਂ ਕਹਿੰਦੇ ਰਥੀ ਸੂਰਬੀਰ ਹੁੰਦਾ ਉਹਦੇ ਸਮਾਨ ਜਾਣ ਲੈ। 100 ਲਰਹਿ ਜੋ ਹੋਏ ਸਾਵਧਾਨ। 100 ਸੂਰਬੀਰ ਆ ਜਾਏ ਉਹਨਾਂ ਦੇ ਨਾਲ ਕਹਿੰਦੇ ਉਹ ਸਾਵਧਾਨ ਹੋ ਕੇ ਇਕੱਲਾ ਹੀ ਲੜ ਸਕਦਾ ਹੈ। ਜਾਂ 100 1000 ਯਾਨੀ 1000 ਜਿਹੜਾ ਹੈ ਨਾ ਸੂਰਬੀਰ ਆ ਜਾਏ ਉਹਦੇ ਨਾਲ ਉਹ ਇਕੱਲਾ ਹੀ ਸਾਵਧਾਨ ਹੋ ਕੇ ਲੜ ਲੈਂਦਾ ਹੈ। ਉਹਦੇ ਤੇ ਵਿਜਈ ਜਿੱਤ ਫਤਿਹ ਕਰਨ ਵਾਲਾ ਹੋ ਜਾਂਦਾ ਹੈ। ਰਿਪ ਗਾਨ ਜੁਟੇ ਜੋ ਰਹੇ ਸਹਾਏ। 100 ਜਾਂ 1000 ਤੋਂ ਵੱਧ ਕੋਈ ਬੈਰੀ ਆ ਜਾਣ ਫਿਰ ਉਹ ਕਹਿੰਦੇ ਜਿਹੜਾ 100 ਜਾਂ 1000 ਨਾਲ ਲੜਨ ਵਾਲਾ ਫਿਰ ਉਹ ਹੋਰਨਾਂ ਦੀ ਸਹਾਇਤਾ ਚਾਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਨਿਰਾ ਸਰਵਣੀ ਕਰਨਾ ਇਹ ਕਹਿੰਦੇ 100 ਲੜਨ ਵਾਲੇ ਵਾਂਗ ਵੀ ਇੱਕ ਨਾਲ ਲੜ ਸਕਦਾ ਜਿਵੇਂ ਸੂਰਜਾਂ 1000 ਨਾਲ। ਜੇ ਬਹੁਤੇ ਆ ਜਾਣ ਫਿਰ ਸਹਾਇਤਾ ਚਾਹੁੰਦਾ ਹੈ। ਇਸ ਤਰ੍ਹਾਂ ਨਿਰਾ ਸਰਵਣ ਕਰਨਾ ਹੈ। ਕਹਿੰਦੇ 1000 ਨਾਲ ਜਾਂ 100 ਨਾਲ ਤਾਂ ਲੜ ਸਕਦਾ ਹੈ, ਯਾਨੀ 100 ਵਿਕਾਰ 100 ਗੁਣ ਉਹਨਾਂ ਨਾਲ ਮੁਕਾਬਲਾ ਤਾਂ ਕਰਦਾ ਹੈ ਜੀ। ਬਹੁਤੇ ਲੱਖ ਏਰੀ ਏਕ ਜਿਉ ਵਾਲੀ ਗੱਲ ਉਧਰੋਂ ਲੱਖਾਂ ਹੀ ਚੜ ਕੇ ਆ ਜਾਣ ਫਿਰ ਉਹ ਸਹਾਇਤਾ ਚਾਹੁੰਦਾ ਦੂਸਰੇ ਸੂਰਬੀਰਾਂ ਦੀ। ਰਿਪ ਗਨ ਜੁਟੇ ਜੋ ਰਹੇ ਸਹਾਏ। ਹਾਂ ਕਹਿੰਦੇ ਜਦੋਂ ਬੈਰੀ ਬਹੁਤੇ ਬੈਰੀ ਆ ਜੁੜਨ, ਬੈਰੀ ਉਹਦੇ ਬਹੁਤੇ ਬੈਰੀ ਯਾਦ ਆਲੇ ਹੁਣ ਫਿਰ ਉਹ ਸਹਾਇਤਾ ਚਾਹੁੰਦਾ ਹੈ। ਸਰਵਣ ਸਹਾਇਕ ਚਹਿ ਇਸ ਪਾਏ। ਇਸੇ ਤਰ੍ਹਾਂ ਜਿਹੜਾ ਨਿਰਾ ਸਰਵਣੀ ਕਰਨਾ ਹੈ ਉਹ ਵੀ ਜਿਵੇਂ ਕਹਿੰਦੇ ਜਿਹੜਾ ਰਸੀ ਸੂਰਮਾ ਉਹ ਬਹੁਤੇ ਆਉਣ ਤੋਂ ਫਿਰ ਸਹਾਇਤਾ ਚਾਹੁੰਦਾ ਹੈ। ਇਸ ਤਰ੍ਹਾਂ ਨਿਰੇ ਸਰਵਣ ਕਰਨ ਵਾਲਾ ਵੀ ਬਹੁਤੇ ਜਿਹੜੇ ਬਕਾਰ ਇਹਦੇ ਤੇ ਪਰਬਲਾ ਹੋ ਜਾਣ ਫਿਰ ਉਹ ਸਹਾਇਤਾ ਚਾਹੁੰਦਾ ਹੈ, ਨਹੀਂ ਤਾਂ ਸੁਣਿਆ ਸੁਣਿਆ ਕਿਧਰੇ ਉਹਦਾ ਜਾਂਦਾ ਹੈ। ਸਤਿਨਾਮ ਕਹੁ ਸਿਮਰਨ ਕਰਵੇ। ਜਿਹੜਾ ਵੀ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰ ਲੱਗ ਜਾਣਾ ਹੈ। ਹਤ ਹੈ ਵਿਕਾਰ ਕਾਮ ਜੁਤ ਸਰਵੇ। ਉਹ ਜਦੋਂ ਸਹਾਇਤਾ ਲੈਂਦਾ ਹੈ ਫਿਰ ਕਹਿੰਦੇ ਉਹ ਸਾਰੇ ਵਿਕਾਰਾਂ ਨੂੰ ਕਾਮ ਸਹਿਤ ਹੀ ਨਾਸ ਕਰ ਲੈਂਦਾ ਹੈ। ਅਯੰ ਆਤਮਾ ਬ੍ਰਹਮ ਜੋ ਸੋ ਜੋਏ। ਇਸੇ ਤਰ੍ਹਾਂ ਵੇਦ ਦੇ ਵਿੱਚ ਜਿਵੇਂ ਮਹਾਵਾਕ ਅੰ ਆਤਮਾ ਬ੍ਰਹਮ, ਇਹ ਜਿਹੜਾ ਆਤਮਾ ਹੈ ਇਹ ਆਤਮਾ ਜਿਹੜਾ ਇਹ ਬ੍ਰਹਮ ਸਰੂਪ ਹੀ ਹੈ। ਹਤ ਹੈ ਮੰਨਨ ਕਰਨ ਨਿਧਿਆਸਨ ਸੋਏ। ਇਹ ਹੈ ਜਿਵੇਂ ਕੋਈ ਮੰਨਣ ਕਰਨਾ ਨਿਧਿਆਸਨ ਕਰਨਾ ਹੁੰਦਾ ਹੈ। ਪਹਿਲਾਂ ਸੁਣਨਾ ਫਿਰ ਸੁਣ ਕੇ ਮੰਨਣਾ, ਜਾਣੀ ਉਹਦੇ ਤੇ ਭਰੋਸਾ ਕਰਨਾ, ਫਿਰ ਉਸ ਅਨੁਸਾਰ ਕੋਈ ਸਾਧਨ ਕਰਨਾ, ਉਹਨੂੰ ਪ੍ਰਪੱਕ ਕਰਨਾ,
ਜਿਹੜਾ ਸਰਵਣ ਤੇ ਮੰਨਣ ਕਰਨਾ ਹੈ, ਇਹ ਆਤਮਾ ਬ੍ਰਹਮ ਸਰੂਪ ਹੈ। ਇਹ ਆਤਮਾ ਬ੍ਰਹਮ ਸਰੂਪ ਹੈ, ਐਸਾ ਮੰਨਣ ਕਰਨਾ, ਇਹਨੂੰ ਪਰਪੱਕ ਕਰਨਾ। ਮਹਾਰਥੀ ਸਮ ਬਲ ਕਹੁ ਧਰੈ। ਇਹ ਕਹਿੰਦੇ ਜਿਹੜਾ ਮੰਨਣ ਤੇ ਨਿਧਿਆਸਨ, ਇਹ ਇਉਂ ਜਿਵੇਂ ਮਹਾਰਥੀ ਸੂਰਬੀਰ ਹੁੰਦਾ ਹੈ, ਇਹ ਉਹਦੇ ਸਮਾਨ ਕਹਿੰਦੇ ਬਲ ਰੱਖਦਾ ਹੈ। 10,000 ਸੰਗ ਏਕਹੁ ਲਰੈ। ਇਹ ਮਹਾਰਥੀ ਜਿਹੜਾ ਸੂਰਬੀਰ ਹੁੰਦਾ, ਉਹ 10,000 ਦੇ ਨਾਲ ਕੱਲੇ ਹੀ ਲੜ ਪੈਂਦਾ ਹੈ। ਅਨਕ ਰਿਪਨ ਸੋ ਜਬ ਇਹ ਜੂਟੈ। ਫਿਰ ਵੀ ਜਿਹੜਾ ਕਹਿੰਦੇ 10,000 ਨਾਲ ਲੜਨ ਵਾਲਾ ਜਦੋਂ ਅਨੇਕਾਂ ਬੈਰੀਆਂ ਨਾਲੋਂ ਜੁਟ ਪਏ, ਬਹੁਤੇ ਬੈਰੀ ਆ ਜਾਣ ਇਹਦੇ ਇਰਦ ਗਿਰਦ, ਚਾਹਤ ਸਹਾਇਕ ਤਬ ਬਲ ਖੂਟੇ। ਫਿਰ ਮਹਾਰਥੀ ਨੂੰ ਕਹਿੰਦੇ ਉਹ ਵੀ ਸਹਾਇਤਾ ਚਾਹੁੰਦਾ, ਉਸ ਵੇਲੇ ਦਾ ਬਲ ਮੁੱਕ ਜਾਂਦਾ, ਬਹੁਤਿਆਂ ਨਾਲੋਂ ਲੜ ਨਹੀਂ ਸਕਦਾ, 10,000 ਨਾਲ ਜ਼ਰੂਰ ਮੁਕਾਬਲਾ ਕਰ ਸਕਦਾ। ਸਤਿਨਾਮ ਸੋ ਲਿਵਹਿ ਲਗਾਵਨ। ਜਿਹੜਾ ਕੋਈ ਮਹਾਰਥੀ ਵਾਂਗ ਮੰਨਣ ਤੇ ਨਿਧਿਆਸਨ ਕਰਨ ਵਾਲਾ, ਜਦੋਂ ਕਹਿੰਦੇ ਉਹ ਸਤਿਨਾਮ ਵਾਹਿਗੁਰੂ ਦੇ ਨਾਲ ਲਿਵ ਲਗਾਉਣਾ ਕਰੇਗਾ, ਸਭ ਵਿਕਾਰ ਅਤ ਕਰਹਿ ਪੁਜਾ ਭਜਾਵਨ। ਫਿਰ ਸਾਰੇ ਵਿਕਾਰਾਂ ਨੂੰ ਕਹਿੰਦੇ ਭਜਾ ਦੇਣਾ ਕਰੇਗਾ, ਨਾ ਦੁੜਾ ਦੇਵੇਗਾ। ਜਬ ਸਖਿਆਤ ਕਾਰ ਉਰ ਭਇਓ। ਜਦੋਂ ਕਹਿੰਦੇ ਹਿਰਦੇ ਅੰਦਰੋਂ ਬ੍ਰਹਮ ਦਾ ਸਾਖਿਆਤਕਾਰ ਹੋ ਗਿਆ, ਪ੍ਰਗਟ ਪ੍ਰਤੱਖ ਹੋਏ ਆਇਆ, ਭਰਮ ਭੇਦ ਸਭ ਹੀ ਛੁੱਟ ਗਇਓ। ਅੰਦਰ ਜਿਹੜਾ 5 ਤਰ੍ਹਾਂ ਦਾ ਭਰਮ ਸੀ ਤੇ 5 ਤਰ੍ਹਾਂ ਦਾ ਭੇਦ ਸੀ, ਜੜ ਜੜ ਕਾ ਭੇਦ, ਜੜ ਚੇਤਨ ਕਾ ਭੇਦ, ਜੀਵ ਈਸ਼ ਦਾ ਭੇਦ, ਇਸ ਤਰ੍ਹਾਂ ਜੀਵ ਜੀਵ ਦਾ ਭੇਦ, 5 ਤਰ੍ਹਾਂ ਦਾ ਭੇਦ ਤੇ 5 ਤਰ੍ਹਾਂ ਦਾ ਭਰਮ ਜਦੋਂ ਸਾਰਾ ਛੁੱਟ ਗਿਆ, ਖਤਮ ਹੋ ਗਿਆ। ਇਹ ਅਤ ਰਥੀ ਸਹਾਏ ਨ ਚਾਹਤ। ਇਹ ਜਿਵੇਂ ਅਥਰਥੀ ਸੂਰਬੀਰ ਹੁੰਦਾ ਹੈ, ਉਹ ਅਥਰਥੀ ਸੂਰਬੀਰ ਫਿਰ ਸਹਾਇਤਾ ਨਹੀਂ ਹੋਰ ਨਹੀਂ ਚਾਹੁੰਦਾ ਹੁੰਦਾ ਹੈ। ਇਕਾਂਕੀ ਰਿਪ ਲੱਖਹ ਗਾਹਤ। ਉਹ ਤਾਂ ਇਕੱਲਾ ਕਹਿੰਦੇ ਲੱਖਾਂ ਬੈਰੀਆਂ ਨੂੰ ਦਬਾ ਲੈਂਦਾ, ਗਾ ਦਿੰਦਾ, ਦਲ ਮਲ ਦਿੰਦਾ ਹੁੰਦਾ। ਹੈ ਦ્વੈਤ ਨਹਿ ਹੋਏ ਬਿਕਾਰਾ। ਕਿਉਂਕਿ ਜਿਹੜਾ ਅਥਰਥੀ ਸੂਰਬੀਰ ਵਾਂਗ ਹੁੰਦਾ ਹੈ, ਇਸੇ ਤਰ੍ਹਾਂ ਜਿਹਨੂੰ ਉਹ ਬ੍ਰਹਮ ਸਾਖਿਆਤਕਾਰ ਹੋ ਗਿਆ, ਅਥਰਥੀ ਸੂਰਬੀਰ ਵਾਂਗ ਹੋ ਗਿਆ ਹੈ, ਉਹਦੇ ਅੰਦਰ ਦ્વੈਤ ਭਾਵ ਨਹੀਂ ਫੁਰਦੀ ਹੈ, ਨਾ ਹੀ ਵਿਕਾਰ ਫੁਰਨਾ ਕਰਦੇ ਹਨ। ਨਿਜ ਸਰੂਪ ਲਖ ਸਗਲ ਪਸਾਰਾ। ਜਦੋਂ ਹਿਰਦੇ ਅੰਦਰ ਸਾਖਿਆਤਕਾਰ ਹੋ ਗਿਆ ਪਰਮੇਸ਼ਰ, ਫਿਰ ਉਹ ਆਪਣੇ ਸਰੂਪ ਦਾ ਪਸਾਰਾ ਹੀ ਸਾਰਾ ਲਖ ਦਾ ਜਾਣਦਾ ਹੈ। ਵਸਤਾ ਦੁਤੀਏ ਭਾਸ ਹੈ ਜਬੈ। ਜਦੋਂ ਜਿਹੜੀ ਅਦੁੱਤੀ ਵਸਤੂ ਬ੍ਰਹਮ ਹੈ, ਉਹ ਕਹਿੰਦੇ ਭਾਸ ਆਉਂਦੀ ਹੈ, ਜਾਣੀ ਬ੍ਰਹਮ ਪ੍ਰਗਟ ਪ੍ਰਿਆ ਪ੍ਰਗਟ ਪ੍ਰਤੱਖ ਹੋ ਆਉਂਦਾ ਹੈ। ਮਨ ਸੰਕਲਪ ਉਠਾਵੈ ਤਬੈ। ਜਿਹੜਾ ਮਨ ਹੈ, ਉਹ ਜਿੰਨੇ ਸਾਰੇ ਸੰਕਲਪ ਹੈ, ਉਹਨੂੰ ਕਹਿੰਦੇ ਉਹ ਜਿਹੜੀ ਅਦੁੱਤੀ ਵਸਤੂ ਜਦੋਂ ਭਾਸ਼ ਆਉਂਦੀ ਉਠਾ ਦਿੰਦੀ ਹੈ, ਭਾਵ ਸਾਰੇ ਮਨ ਦੇ ਫਰਮਾਂ ਨੂੰ ਖਤਮ ਕਰਨ ਦੀ ਅਦੁੱਤੀ ਵਸਤੂ ਬ੍ਰਹਮ। ਜਾਂ ਦੂਜਾ ਅਵਸਥਾ ਅਦੁੱਤੀ ਭਾਸ ਹੈ, ਜਦੋਂ ਕਹਿੰਦੇ ਦੂਸਰੀ ਜਿਹੜੀ ਵਸਤੂ ਹੈ ਨਾ ਭਾਸਦੀ ਹੈ, ਪਰਮੇਸ਼ਰ ਤੋਂ ਬਗੈਰ ਹੋਰ ਕੁਛ ਭਾਸ਼ਦਾ ਪ੍ਰਤੀਤ ਹੁੰਦਾ ਹੈ। ਮਨ ਸੰਕਲਪ ਉਠਾਵੇ, ਤਦੋਂ ਉਦੋਂ ਜਿਹੜੇ ਮਨ ਸੰਕਲਪ ਉਠਾਉਂਦਾ ਤਰ੍ਹਾਂ ਤਰ੍ਹਾਂ ਦੇ, ਪਰ ਜਦੋਂ ਅਦੁੱਤੀ ਵਸਤੂ ਭਾਸ਼ ਆਉਂਦੀ ਹੈ, ਫਿਰ ਉਹ ਮਨ ਦੇ ਵਿੱਚੋਂ ਸਾਰੇ ਪਰਦਿਆਂ ਨੂੰ ਉਠਾ ਦਿੰਦੀ ਹੈ, ਚੁੱਕ ਦਿੰਦੀ, ਖਤਮ ਕਰ ਦਿੰਦੀ ਹੈ। ਸੰਕੇਤੀ ਅਰਥ ਹੈ ਸੰਪਰਦਾ ਦਾ। ਸਰਵਣ ਸੋ ਦਾਵਾ ਗਨ ਬਨ ਬਾਰ। ਹਾਂ, ਇਸ ਤਰ੍ਹਾਂ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਵੀ ਹੇ ਦਰਸ਼ਕੋ, ਜਿਹੜਾ ਕੋਈ ਉਹ ਸਰਵਣ ਕਰਨਾ ਹੈ, ਉਹ ਜਿਵੇਂ ਕਹਿੰਦੇ ਦਾਵਾ ਅਗਨੀ ਹੁੰਦੀ, ਦੋ ਅਗਨੀ ਹੁੰਦੀ ਹੈ, ਜੋ ਬਣ ਨੂੰ ਜੰਗਲ ਨੂੰ ਕਹਿੰਦੇ ਬਾਲ ਦਿੰਦੀ, ਸਾੜ ਦਿੰਦੀ ਹੁੰਦੀ ਹੈ। ਉਜਤ ਬਾਰ ਬਿਨ ਬਰਖੇ ਵਾਰ। ਪਰ ਉਹ ਕਹਿੰਦੇ ਜਿਹੜੀ ਦੋ ਅਗਨੀ ਹੈ ਜੰਗਲ ਨੂੰ ਸਾੜਦੀ ਹੈ, ਉਹੀ ਤਾਂ ਬਾਰ ਬਿਨਾਂ ਦੇਰੀ ਤੋਂ ਬੁਝ ਜਾਂਦੀ ਹੈ। ਕਦੋਂ? ਜਦੋਂ ਬਰਖੇ ਬਾਰ, ਜਦੋਂ ਪਾਣੀ ਉੱਪਰੋਂ ਬਰਸ ਜਾਏ, ਬੱਦਲ ਬਰਸ ਜਾਏ,
ਫਿਰ ਕਿੰਨੇ ਜੰਗਲ ਨੂੰ ਅੱਗ ਲੱਗੀ ਹੋਵੇ ਉਸੇ ਵੇਲੇ ਉਹ ਬੁਝ ਜਾਂਦੀ ਹੈ। ਮੰਨਨ ਕਰਨ ਨਿਧ ਆਸਨ ਦੋਏ। ਇਸੇ ਤਰ੍ਹਾਂ ਜਿਹੜਾ ਕੋਈ ਮੰਨਣ ਕਰਨਾ ਤੇ ਨਿਧਿਆਸਨ ਕਰਨਾ ਇਹ ਜਿਵੇਂ ਦੋ ਹਨ। ਬਿਜਲੀ ਕੀ ਅਗਨੀ ਸਮਝੋਏ। ਇਹ ਜਿਵੇਂ ਆਕਾਸ਼ ਵਿੱਚ ਬੱਦਲਾਂ ਵਿੱਚ ਬਿਜਲੀ ਕੜਕਦੀ ਹੁੰਦੀ ਲਿਸ਼ਕਦੀ ਹੁੰਦੀ ਉਹਦੇ ਸਮਾਨ ਹੈ ਮੰਨਣ ਤੇ ਨਿਧਿਆਸਨ ਦੋਵੇਂ। ਕਬ ਜਾਗੈ ਕਬ ਹੀ ਛਿਪ ਜਾਏ। ਉਹ ਜਿਹੜੀ ਬੱਦਲਾਂ ਦੇ ਬਿਜਲੀ ਹੈ ਨਾ ਕਦੇ ਜਾਗਦੀ ਹੈ ਪ੍ਰਕਾਸ਼ਦੀ ਹੈ ਲਿਸ਼ਕਦੀ ਹੈ ਕਦੇ ਉਹ ਛਿਪ ਜਾਂਦੀ ਹੈ ਲੋਪ ਹੋ ਜਾਂਦੀ ਹੈ। ਨਾਸ ਵਾਸਤਵ ਹੋਏ ਨਾ ਸਕਾਏ। ਹਾਂ ਕਹਿੰਦੇ ਵਾਸਤਵ ਰੂਪ ਦੇ ਵਿੱਚ ਜਿਹੜੀ ਬਿਜਲੀ ਹੈ ਕਹਿੰਦੇ ਉਹ ਨਾਸ ਨਹੀਂ ਹੁੰਦੀ ਹੈ ਖਤਮ ਨਹੀਂ ਹੁੰਦੀ ਉਹ ਬੱਦਲਾਂ ਦੇ ਵਿੱਚ ਹੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਮੰਨਣ ਕਰਨਾ ਨਿਧਿਆਸਨ ਕਰਨਾ ਹੈ ਬਿਜਲੀ ਦੇ ਸਮਾਨ ਹੈ। ਜਿਵੇਂ ਉਹ ਕਦੇ ਲਿਸ਼ਕਦੀ ਹੈ ਕਿਤੇ ਅਲੋਪ ਹੋ ਜਾਂਦੀ ਹੈ ਤੇ ਉਂਝ ਨਹੀਂ ਖਤਮ ਹੁੰਦੀ। ਇਸੇ ਤਰ੍ਹਾਂ ਜਿੰਨਾ ਚਿਰ ਕੋਈ ਭਜਨ ਸਿਮਰਨ ਕਰਦਾ ਉਹਨਾਂ ਚਿਰ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ। ਜਦੋਂ ਹਟ ਜਾਏ ਫਿਰ ਉਹ ਜਿਵੇਂ ਬਿਜਲੀ ਕੋ ਲੋਪ ਹੋ ਗਈ ਇਸ ਤਰ੍ਹਾਂ ਆਨੰਦ ਜਾ ਚਲਿਆ ਜਾਂਦਾ ਹੈ। ਔਰ ਸਾਖਿਆਤਕਾਰ ਜਬ ਪਇਓ। ਐਵੇਂ ਦਾਰਸ਼ਕੋ ਜਦੋਂ ਹਿਰਦੇ ਅੰਦਰੋਂ ਬ੍ਰਹਮ ਜਿਹੜਾ ਸਾਖਿਆਤਕਾਰ ਹੋ ਗਿਆ ਪ੍ਰਗਟ ਪ੍ਰਤੱਖ ਹੋਏ ਆਇਆ। ਬੜ ਵਾਗਨ ਕੀ ਸਮਤਾ ਲਿਓ। ਇਹ ਕਹਿੰਦੇ ਜਿਵੇਂ ਬੜਮਾਗਨੀ ਉਹਦੀ ਉਹਨੇ ਬਰਾਬਰਤਾ ਲੈ ਲਈ ਹੈ। ਜਿਵੇਂ ਸਮੁੰਦਰ ਦੇ ਵਿੱਚ ਅਗਨੀ ਹੈ ਉਹਦਾ ਨਾਮ ਬੜਵਾ ਅਗਨੀ ਹੈ। ਐਸਾ ਉਹ ਪੁਰਾਣਾ ਵਿੱਚ ਲਿਖਿਆ ਵੀ ਸਮੁੰਦਰ ਦੇ ਵਿੱਚ ਇੱਕ ਬੜਵਾ ਨਾ ਘੋੜੀ ਦਾ ਹੈ ਤੇ ਘੋੜੀ ਦੇ ਮੂੰਹ ਵਿੱਚੋਂ ਅੱਗਾਂ ਦੀਆਂ ਲਾਟਾਂ ਨਿਕਲੀ ਜਾਂਦੀਆਂ ਤੇ ਉਹ ਸਾਰੇ ਪਾਣੀ ਨੂੰ ਹੇਠੋਂ ਸਾੜੀ ਤਰੀ ਜਾਂਦੀ ਹੈ। ਜਦੋਂ ਮਹਾਪਰਲੋਂ ਆਏਗੀ ਉਹ ਜਿਹੜੀ ਘੋੜੀ ਦੇ ਮੂੰਹ ਦੇ ਵਿੱਚੋਂ ਅੱਗ ਦੀ ਲਾਟਾਂ ਨਿਕਲਣੀਆਂ ਉਹ ਕਹਿੰਦੇ ਬਾਹਰ ਨਿਕਲ ਆਊ ਸਮੁੰਦਰ ਤੋਂ। ਉਹਨੇ ਫਿਰ ਸਾਰੇ ਸੰਸਾਰ ਨੂੰ ਬਾਹਰ ਨੂੰ ਜਿੰਨੇ ਦਰਖਤ ਰੂਦ ਵਿੱਚ ਜੋ ਕੁਛ ਹੈ ਸਭ ਸਾੜ ਕੇ ਰੱਖ ਦੇਣਾ ਹੈ। ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਸਮੁੰਦਰ ਵਿੱਚ ਬੜਵਾ ਅਗਨੀ ਹੁੰਦੀ ਉਹਦੇ ਸਮਾਨ ਹੈ ਜਿਹੜਾ ਵਾਹਿਗੁਰੂ ਦਾ ਸਾਖਿਆਤਕਾਰ ਹੋ ਜਾਣਾ ਪ੍ਰਗਟ ਪ੍ਰਤੱਖ ਹੋ ਜਾਣਾ। ਸਦਾ ਅਚਲ ਰਹਿ ਅਬਿਨਾਸੀ। ਇਹ ਜਿਹੜੀ ਬੜਵਾ ਅਗਨੀ ਹੈ ਸਮੁੰਦਰ ਵਿੱਚ ਰਹਿੰਦੀ ਹੋਈ ਹੈ ਕਹਿੰਦੇ ਅਚਲ ਰਹਿੰਦੀ ਅਬਿਨਾਸ਼ੀ ਰਹਿੰਦੀ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਕਹਿੰਦੇ ਪ੍ਰਗਟ ਪ੍ਰਤੱਖ ਹੋ ਗਿਆ ਇਹ ਵੀ ਫਿਰ ਅਚਲ ਤੇ ਅਬਿਨਾਸ਼ੀ ਰਹਿੰਦਾ ਹੈ। ਨਿਤ ਪ੍ਰਤ ਜਾਗਤ ਹੈ ਜਲ ਰਾਸੀ। ਨਿਤ ਪ੍ਰਤ ਜਾਰਤ ਹੈ ਜਲ ਰਾਸੀ। ਹਮੇਸ਼ਾ ਜਿਹੜੀ ਬੜਵਾ ਅਗਨੀ ਹੈ ਅੰਦਰ ਦੇ ਪੋਤੇ ਪਾਣੀ ਨੂੰ ਸਾੜਦੀ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਬ੍ਰਹਮ ਗਿਆਨ ਹੈ ਸਾਖਿਆਤਕਾਰ ਹੋਣਾ ਹੈ ਇਹ ਬੜਵਾ ਅਗਨੀ ਦੇ ਥਾਂ ਪ੍ਰਗਟ ਹੈ। ਇਹ ਜਿੰਨੇ ਪਦਾਰਥ ਵਿਸ਼ੇ ਹਮੇਸ਼ਾ ਇਹਨਾਂ ਨੂੰ ਭਸਮੀਭੂਤ ਕਰਦੀ ਰਹਿੰਦੀ ਹੈ। ਇਹ ਉੱਠਣ ਨਹੀਂ ਦਿੰਦੀ ਹੈ ਵਿਸ਼ਿਆਂ ਦੇ ਫੁਰਨੇ। ਸਿੰਧ ਅਗਿਆਨ ਵਿਨਾਸ਼ਨ ਸੋਏ। ਇਹ ਜਿਹੜੀ ਕਹਿੰਦੇ ਸਾਖਿਆਤਕਾਰ ਹੋ ਜਾਣਾ ਬ੍ਰਹਮ ਦਾ ਇਹ ਤਾਂ ਗਿਆਨ ਰੂਪੀ ਸਮੁੰਦਰ ਨੂੰ ਵੀ ਨਾਸ਼ ਕਰਨ ਵਾਲੀ ਹੁੰਦੀ ਐਸੀ ਅਗਨ ਸਾਖਿਆਤਕਾਰ ਹੋਣ ਰੂਪ। ਹਤਨ ਵਿਕਾਰਨ ਕੋ ਸਭ ਕੋਏ। ਸਾਰੇ ਵਿਕਾਰ ਹੈ ਮੱਛ ਕਛ ਤੰਦੂਆਂ ਗਾਂਗ ਇਹਨਾਂ ਨੂੰ ਵੀ ਨਾਸ਼ ਕਰਨ ਵਿੱਚ ਇਹ ਸਮਰੱਥ ਹੁੰਦੀ ਹੈ। ਜਾਤੇ ਸੁਨੀਐ ਦਾਰਸ਼ ਕੋ ਹੋ। ਗਿਆਨ ਅਗਨਾਨੀ ਦਗਦਾਨੀ ਇਸ ਤਰ੍ਹਾਂ ਵੀ ਗਿਆਨ ਰੂਪੀ ਅਗਨੀ ਸਾਰਿਆਂ ਨੂੰ ਦਗਧ ਕਰਨ ਵਾਲੀ ਹੈ। ਇਸ ਕਰਕੇ ਦਾਰਸ਼ਕੋ ਵੀ ਸੁਣ ਧਿਆਨ ਦੇ ਕੇ ਸਤ ਨਾਮ ਕੋ ਪ੍ਰੇਮੀ ਹੋ ਦੋਵੇਂ ਬਾਕੀ ਸਭ ਕੁਝ ਛੱਡ ਕੇ ਸਤਨਾਮ ਵਾਹਿਗੁਰੂ ਦੇ ਸਿਮਰਨ ਦਾ ਤੂੰ ਪ੍ਰੇਮੀ ਬਣ ਜਾ। ਸਿਮਰਨ ਕੀ ਸਹਾਇਤਾ ਪਾਏ। ਸਤਨਾਮ ਵਾਹਿਗੁਰੂ ਦੇ ਸਿਮਰਨ ਦੀ ਸਹਾਇਤਾ ਪਾ ਕੇ ਮਦਦ ਪਾ ਕੇ ਨਿਸ਼ਚਾ ਨਿਜ ਸਰੂਪ ਟਿਕ ਜਾਏ। ਜਿਹੜਾ ਨਿਚ ਹੈ ਆਪਣੇ ਸਵੈ ਸਰੂਪ ਦੇ ਵਿੱਚ ਫਿਰ ਟਿਕ ਜਾਏਗਾ। ਸਨੈ ਸਨੈ ਤਨ ਹੰਤਾ ਤਿਆਗੋ। ਨਿਜ ਸਰੂਪ ਨਿਚਾ ਕਰਕੇ ਹੌਲੀ ਹੌਲੀ ਜਿਹੜੀ ਸਰੀਰ ਦੀ ਹੰਗਤ ਹੈ ਵੀ ਮੈਂ ਸਰੀਰ ਰੂਪ ਹਾਂ ਇਹ ਮੇਰਾ ਸਰੀਰ ਹੈ ਆ ਮੇਰੇ ਮਾਂ ਪਿਓ ਹੈ ਮੇਰਾ ਘਰ ਕਾਟ ਇਹ ਮੇਰੇ ਪਦਾਰਥ ਹੈ ਮੇਰਾ ਰਾਜ ਭਾਗ ਹੈ। ਸਰੀਰ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ
ਸਾਰਿਆਂ ਦੀ ਹੰਗਤਾ, ਇਹਨਾਂ ਨੂੰ ਆਪਣੇ ਨਾ ਸਮਝੇ ਹੀ ਛੱਡਣਾ ਹੰਗਤਾ ਦਾ। ਨਾਸ਼ਵੰਤ ਲਖ ਨਹਿ ਅਨਰਾਗੋ। ਇਹ ਜਿਵੇਂ ਸਰੀਰ ਨਾਸਵੰਤ ਹੈ, ਸਰੀਰ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਪਦਾਰਥ ਇਸ ਨੂੰ ਵੀ ਨਾਸਵੰਤ ਹੈ, ਜਾਣ ਕੇ ਤੂੰ ਵੀ ਪ੍ਰੇਮੀ ਹੋ ਜਾ ਵਾਹਿਗੁਰੂ ਦੇ ਸਿਮਰਨ ਦਾ। ਭਾਣਾ ਪ੍ਰਭ ਕੋ ਲਾਗੈ ਮੀਠਾ। ਪਰਮੇਸ਼ਰ ਦਾ ਜਿਹੜਾ ਭਾਣਾ ਉਹ ਮਿੱਠਾ ਲੱਗਣਾ ਚਾਹੀਦਾ ਹੈ। ਦੇਖੋ ਸਤ ਸਰੂਪ ਅਡੀਠਾ। ਉਹ ਜਿਹੜਾ ਸਤ ਸਰੂਪ ਅਡੀਠਾ ਅਡਿਠ ਦ੍ਰਿਸ਼ ਅਲੋਪ ਹੈ, ਗੁਪਤ ਹੈ, ਉਹਨੂੰ ਦੇਖ ਸਭ ਪਾਸੇ। ਆਦ ਅੰਤ ਜੋ ਵਸਤੂ ਨਾਹੀ। ਜਿਹੜੀ ਸੰਸਾਰ ਦੇ ਆਦ ਵਿੱਚ ਵੀ ਪਹਿਲਾਂ ਵਸਤੂ ਹੈ ਨਹੀਂ ਸੀ, ਅੰਤ ਜਦੋਂ ਹੋਏਗਾ ਸੰਸਾਰ ਦਾ ਉਦੋਂ ਵੀ ਵਸਤੂ ਨਹੀਂ ਹੋਵੇਗੀ। ਮਦ ਕੁਤੋ ਸਾਚੀ ਠਹਿਰਾਹੀ। ਤਾਂ ਵਿਚਾਰੜੇ ਵਰਤਮਾਨ ਸਮੇਂ ਦੇ ਵਿੱਚੋਂ ਜਿਹੜੀ ਵਸਤੂ ਨੂੰ ਕਿਵੇਂ ਸੱਚੀ ਠਹਿਰਾਇਆ ਵੀ ਉਹ ਸੱਚੀ ਸਦਾ ਰਹਿਣ ਵਾਲੀ ਹੋ ਸਕਦੀ ਹੈ। ਤਨ ਰਖੀਕ ਅੰਤਹਿ ਕਰਨ ਪਰੈ। ਇਸੇ ਤਰ੍ਹਾਂ ਜਿਹੜਾ ਸਰੀਰ ਹੈ, ਪੰਜੇ ਗਿਆਨ ਇੰਦਰੀਏ ਰਖੀ ਇੰਦਰੀਆਂ ਹਨ, ਮਨ ਬੁੱਧ ਚਿਤ ਅਹੰਕਾਰ ਅੰਤःਕਰਣ, ਇਥੋਂ ਪਰੇ ਹੈ। ਸੋ ਸਰੂਪ ਤਵ ਨਿਸਚਾ ਧਰੈ। ਉਹ ਹੈ ਤੇਰਾ ਅਸਲੀ ਸਰੂਪ, ਉਹਦੇ ਵਿੱਚ ਤੂੰ ਨਿਚਾ ਰੱਖ। ਸਾਧਨ ਤੋਹਿ ਬਤਾਵਨ ਕੀਨ। ਇਉਂ ਹੀ ਸਾਖਿਆਤ ਕਰਨ ਵਾਸਤੇ ਬ੍ਰਹਮ ਨੂੰ ਤੈਨੂੰ ਇਸ ਖੱਲੇ ਢੰਗ ਦਾ ਅਸੀਂ ਸਾਧਨ ਦੱਸਦੇ ਤਾਂ ਕੀਤਾ ਹੈ। ਕਰਤ ਜਿਸੇ ਆਤਮ ਲੈ ਚੀਨ। ਇਹ ਸਾਧਨ ਕਰਦਿਆਂ ਹੋਇਆ ਤੂੰ ਜਿਹੜਾ ਆਪਣਾ ਆਤਮਾ ਆਪਣਾ ਆਪਾ ਉਹਨੂੰ ਤੂੰ ਜਾਣ ਲਵੇਂਗਾ। ਜਗਤ ਪਦਾਰਥ ਲਖੋ ਅਨਿਤਯ। ਬਾਕੀ ਸੰਸਾਰ ਦੇ ਜਿਹੜੇ ਪਦਾਰਥ ਇਹਨਾਂ ਨੂੰ ਤਾਂ ਅਨਿਤ ਜਾਣਨਾ ਸਵੰਤ ਸੰਗ ਹਮੇਸ਼ਾ ਨਹੀਂ ਰਹਿਣ ਵਾਲੇ। ਇਨ ਮਹਿ ਨਹਿ ਅਨੁਰਾਗੋ ਚਿਤ। ਇਹਨਾਂ ਦੇ ਵਿੱਚ ਆਪਣਾ ਚਿੱਤ ਦਾ ਕਹਿੰਦੇ ਤੂੰ ਪ੍ਰੇਮ ਨਾ ਕਰ। ਪਾਰਾ ਲਬਦ ਅਨੁਸਾਰੀ ਇਹੋ। ਕਿਉਂਕਿ ਜਿੰਨੇ ਦੁਨੀਆ ਦੇ ਪਦਾਰਥ ਮਨੁੱਖ ਦੀ ਪ੍ਰਾਲਾਂ ਦੇ ਅਨੁਸਾਰ ਮਿਲੀ ਜਾਂਦੇ, ਜਿਵੇਂ ਕਿਸਮਤ ਲਿਖੀ ਉਹ ਮਿਲ ਜਾਣਾ ਹੁੰਦਾ ਹੈ। ਮਿਲ ਵਿਛਰਨ ਇਨ ਬਿਖੈ ਅਛੇ ਹੋ। ਇਹਨਾਂ ਦੇ ਵਿੱਚ ਤਾਂ ਕਹਿੰਦੇ ਮਿਲ ਜਾਣਾ ਪਦਾਰਥਾਂ ਦਾ ਇੱਕ ਰਸ ਹੈ, ਵਿਛੜ ਜਾਣਾ ਵੀ ਇੱਕ ਰਸ ਹੈ। ਕਿਸਮਤ ਅਨੁਸਾਰ ਮਿਲ ਵੀ ਜਾਂਦੇ ਹੈ, ਕਿਸਮਤ ਖਤਮ ਹੋ ਜਾਏ ਵਿਛੜ ਵੀ ਜਾਂਦੇ ਹਨ ਪਦਾਰਥ। ਹਰਖ ਸੋਗ ਤੇ ਰਹੀਐ ਨਿਆਰੋ। ਇਸ ਕਰਕੇ ਵੀ ਪਦਾਰਥ ਆਉਣ ਤੋਂ ਖੁਸ਼ ਹੋਣਾ, ਚਲੇ ਜਾਣ ਤੋਂ ਸੋਗ ਕਰਨਾ, ਇਹ ਤੋਂ ਤੂੰ ਨਿਆਰਾ ਰਹਿ। ਸਤ ਆਤਮਾ ਏਕ ਵਿਚਾਰੋ। ਜਿਹੜਾ ਹਿਰਦੇ ਅੰਦਰ ਜਿਹੜਾ ਆਤਮਾ ਸਤ ਸਰੂਪ ਹੈ ਇੱਕ, ਉਹਦੀ ਵਿਚਾਰ ਕਰ। ਜਿਸ ਤੇ ਪਰੇ ਅਪਰ ਨਹਿ ਕੋਏ। ਇਹ ਸਤ ਰੂਪ ਆਤਮਾ ਤੋਂ ਪਰੇ ਹੋਰ ਕੋਈ ਹੈ ਹੀ ਨਹੀਂ ਹੈ। ਜਿਸ ਜਾਣੇ ਜਗ ਬੰਧਨ ਖੋਏ। ਜੇ ਸਤ ਰੂਪ ਆਤਮਾ ਦੇ ਜਾਣਿਆ ਹੋਇਆ ਸਾਰੇ ਸੰਸਾਰ ਦੇ ਬੰਧਨ ਖੋਏ ਜਾਂਦੇ ਹਨ। ਜਿਸ ਨਿਸਚੈ ਕਰ ਜਨਮ ਨਾ ਮਰੈ। ਜੇ ਸਰੂਪ ਦੇ ਨਿਚੇ ਹੋਣ ਕਰਕੇ ਜੰਮਣਾ ਤੇ ਮਰਨਾ ਨਹੀਂ ਹੁੰਦਾ। ਸਗਲ ਕਲੇਸ਼ਨ ਕੋ ਪਾਰ ਹਰੈ। ਉਹ ਜਿਹੜਾ ਸਰੂਪ ਹੈ ਉਹ ਤਾਂ ਸਾਰੇ ਕਲੇਸ਼ਾਂ ਨੂੰ ਨਾਸ ਕਰ ਦਿੰਦਾ, ਪ੍ਰਹਾਰਨ ਕਰ ਦਿੰਦਾ ਹੈ। ਇਹ ਤੋ ਪਰਮਾਰਥ ਕੀ ਬਾਤ। ਇਹ ਤਾਂ ਵੀ ਜਿਹੜਾ ਪਰਮਾਰਥ ਹੈ, ਬ੍ਰਹਮ ਗਿਆਨ ਪ੍ਰਾਪਤ ਕਰਨ ਦੀ ਪਰਮੇਸ਼ਰ ਦੀ ਗੱਲਬਾਤ ਹੈ। ਕਹੇ ਸੁਨੈ ਉਪਜੈ ਸੁਖ ਇਹ ਸ਼ਾਂਤ। ਪਰਮਾਰਥ ਦੀ ਗੱਲ, ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦੇ ਗਿਆਨ ਦੀ ਗੱਲਬਾਤ ਸੁਣਿਆ ਹੋਇਆ ਤੇ ਕਿਹਾ ਹੋਇਆ ਸੁਖ ਤੇ ਸ਼ਾਂਤੀ ਪੈਦਾ ਹੁੰਦੀ ਹੈ। ਆਪ ਭਾਖੋ ਆਪਨੋ ਵਿਵਹਾਰੇ। ਹੁਣ ਵੀ ਤੂੰ ਆਪਣਾ ਜਿਹੜਾ ਕੋਈ ਦੁਨਿਆਵੀ ਕੰਮ ਹੈ ਉਹ ਦੱਸ। ਕਿਤ ਤੇ ਆਏ ਕਹਾਂ ਪਧਾਰੇ। ਕਿਧਰਾਂ ਤੂੰ ਚੱਲ ਕੇ ਆਇਆ ਤੇ ਕਿਸ ਤਰ੍ਹਾਂ ਨੂੰ ਪਧਾਰੇ ਕੀਏ ਜਾ ਰਿਹਾ ਹੈ। ਮਨ ਕੇ ਵਿਖੇ ਇਰਾਦਾ ਕੌਣ। ਐਵੇਂ ਦਰਸ਼ਕੋ ਤੇਰੇ ਮਨ ਦੇ ਵਿੱਚ ਕੀ ਇਰਾਦਾ ਧਾਰਿਆ
ਹੋਇਆ ਹੈ। ਕਿਸ ਥਾਲ ਥਿਰ ਹੈ ਕਰਹਿ ਸੁਖ ਪਾਉਨ। ਕਿਸ ਥਾਂ ਤੇ ਜਾ ਕੇ ਤੂੰ ਟਿਕੇਗਾ ਤੇ ਸੁਖਾਂ ਦਾ ਘਰ ਬਣਾ ਕਰਕੇ ਤੂੰ ਰਹੇਗਾ। ਸਤਰੂ ਪਰਲਭ ਗਹਿਓ ਤੁਝ ਚਾਹਤ। ਕਿਉਂਕਿ ਜਿਹੜੇ ਔਰੰਗਜ਼ੇਬ ਵਰਗੇ ਮੁਰਾਦ ਬਖਸ਼ ਵਰਗੇ ਤੇਰੇ ਭਰਾ ਬੈਰੀ ਬਣੇ ਬੈਠੇ ਬਲੀ ਉਹ ਤੈਨੂੰ ਪਕੜਿਆ ਚਾਹੁੰਦੇ ਆ। ਤਾਵ ਕਾਵ ਕਰ ਦੁਸ਼ਟ ਉਮਾਹਤ। ਆਹ ਜਿਹੜੇ ਦੁਸ਼ਟ ਲੋਕ ਦਾ ਕਾ ਕਰਕੇ ਪਰੇਸ਼ਾਨ ਹੋ ਰਹੇ ਵੀ ਦਰਸ਼ਕੋਂ ਨੂੰ ਫੜ ਕੇ ਛੱਡਣਾ ਨਹੀਂ ਆ, ਮਾਰ ਮਕਾਉਣਾ ਹੈ। ਇਸ ਤਰ੍ਹਾਂ ਵੀ ਉਹ ਤੇਰੇ ਉੱਪਰ ਬਲੀ ਹੋ ਰਹੇ ਪ੍ਰਬਲ ਹੋ ਰਹੇ ਹੈ। ਤੂੰ ਹੁਣ ਦੱਸ ਕਿੱਥੇ ਟਿਕਣਾ ਹੈ, ਕਿੱਥੇ ਸੁਖ ਵਾਲਾ ਘਰ ਬਣਾਉਣਾ ਹੈ। ਇਸ ਤਰ੍ਹਾਂ ਇਹ ਦੁਹਾਰੀ ਜਿਹੜਾ ਵਿਵਹਾਰ ਹੈ ਉਹ ਵੀ ਦੱਸ। ਇਹ ਪਰਮਾਰਥ ਦੀ ਗੱਲ ਅਸੀਂ ਆਪਣੇ ਬੇਨਤੀ ਕਰਨ ਤੋਂ ਤੈਨੂੰ ਦੱਸ ਦਿੱਤੀ ਹੈ। ਜਿਸ ਤਰ੍ਹਾਂ ਇਹ ਦਰਸ਼ਕੋ ਨੇ ਸਤਿਗੁਰੂ ਹਰਿਰਾਏ ਸਾਹਿਬ ਜੀ ਅੱਗੇ ਆਪਣਾ ਦੁਨਿਆਵੀ ਜਿਹੜਾ ਵਿਵਹਾਰ ਦੁਨਿਆਵੀ ਕੰਮ ਉਹ ਦੱਸਿਆ ਸੀ, ਉਹ ਕਵੀ ਸੰਤੋਖ ਸਿੰਘ ਜੀ ਨੇ ਅਗਲੇ ਅੰਸੂ ਵਿੱਚ ਸਾਰਾ ਖੋਲ ਵਰਣਨ ਕੀਤਾ ਹੈ। ਉਹ ਜਿਵੇਂ ਵੀ ਆਏਗਾ ਆਪਾਂ ਕੱਲ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ। ਮਨ ਕੇ ਵਿਖੇ ਇਰਾਦਾ ਕੌਣ। ਕਿਸ ਥਲ ਥਿਰ ਹੈ ਕਰਹਿ ਸੁਖ ਪਾਉਨ। ਸ਼ਤਰੂ ਪਰਬਲ ਗਹਿਓ ਤੁਝ ਚਾਹਤ। ਦਾਵ ਕਾਵ ਕਰ ਦੁਸ਼ਟ ਉਮਾਹਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।